कि ਜਦੋਂ ਮੈਨੂੰ ਟੀਚਰ ਮੈਥ ਪੜਾਉਂਦਾ ਸੀ ਮੇਰੇ ਉੱਪਰੋਂ ਦੀ ਸਲਿੱਪ ਹੋ ਜਾਂਦਾ ਸੀ। ਮੈਥ ਆਇਆ ਹੀ ਨਹੀਂ, ਸਾਰੀ ਉਮਰ ਨਹੀਂ ਆਇਆ ਤੇ ਮੈਂ ਇੱਕ ਲੰਬਾ ਅਰਸਾ ਆਪਣੇ ਆਪ ਨੂੰ ਬਹੁਤ ਨਲਾਇਕ ਸਮਝਿਆ ਕਿ ਮੈਂ ਬੜਾ ਨਲਾਇਕ ਹਾਂ, ਮੈਨੂੰ ਮੈਥ ਨਹੀਂ ਆਉਂਦਾ, ਮੇਰਾ 0 ਨੰਬਰ ਆਉਂਦਾ। ਬੜੀ ਸ਼ਰਮਿੰਦਗੀ ਹੁੰਦੀ ਸੀ ਜਦੋਂ 0 ਨੰਬਰ ਆਉਂਦਾ ਸੀ। ਔਰ ਜਿਹੜੇ ਬੱਚਿਆਂ ਨੂੰ ਮੈਥ ਨਹੀਂ ਸੀ ਆਉਂਦਾ ਕਲਾਸ ਵਿੱਚ ਵੀ ਉਹਨਾਂ ਨੂੰ ਬਹੁਤ ਨਲਾਇਕ ਸਮਝਦੇ ਸੀ। ਮੈਨੂੰ ਕੁਦਰਤ ਨੇ ਫਿਰ ਇਹ ਕੰਮ ਦਿੱਤੇ ਕਿ ਜਿੰਨਾ 'ਚ ਕੋਈ ਮੈਥ ਦੀ ਸੀਮਾ ਹੀ ਨਹੀਂ ਹੈਗੀ। ਜੇ ਮੈਂ ਪਲਾਂਟਸ ਲਗਾਏ ਬੇਹਿਸਾਬ ਲਗਾਏ, ਜੇ ਮੈਂ ਮਿਊਜ਼ੀਅਮ ਬਣਾਏ, ਕੋਇਨਸ ਇਕੱਠੇ ਕੀਤੇ, ਕਿਸੇ ਹਿਸਾਬ ਨਾਲ ਇਕੱਠੇ ਕੀਤੇ ਹੀ ਨਹੀਂ। ਮੈਂ ਕਿਸੇ ਹਿਸਾਬ 'ਚ ਮੈਨੂੰ ਇਹ ਸਾਰਾ ਕੁਝ ਬਣ ਹੀ ਨਹੀਂ ਸਕਿਆ। ਤੇ ਜੇ ਮੈਂ ਆਵਾਰਾਗਰਦੀ ਕੀਤੀ ਬੇਹਿਸਾਬ ਕੀਤੀ ਹੈ ਨਾ। ਮੈਂ ਹੁਣ ਵੀ ਆਪਣੇ ਸਟੂਡੈਂਟਸ ਨੂੰ ਵੀ ਤੇ ਕਿਸੇ ਵੀ ਟੀਵੀ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਕਹਿਣਾ ਕਿ ਤੁਸੀਂ ਸੁਪਨੇ ਲੈਣੇ ਬੰਦ ਨਹੀਂ ਕਰਨੇ। ਤੁਸੀਂ ਜਿਸ ਵੀ ਏਜ ਗਰੁੱਪ ਵਿੱਚ ਹੈਗੇ ਹੋ ਤੁਸੀਂ ਸੁਪਨੇ ਲਵੋ। ਅਗਰ ਤੁਹਾਡੇ 'ਚੋਂ ਮੂਰਤੀਮਾਨ ਨਹੀਂ ਹੋਣਗੇ, ਤੁਹਾਡੇ ਬੱਚਿਆਂ 'ਚ, ਤੁਹਾਡੇ ਪੋਤਰਿਆਂ 'ਚ, ਤੁਹਾਡੀਆਂ ਪੋਤਰੀਆਂ 'ਚ ਮੂਰਤੀਮਾਨ ਜ਼ਰੂਰ ਹੋਣਗੇ। ਜਦੋਂ ਵੀ ਅਸੀਂ ਇੰਨੇ ਲੰਬੇ ਸਫ਼ਰ ਵੱਲ ਜਾਂਦੇ ਹਾਂ ਤੇ ਜ਼ਿੰਦਗੀ 'ਚ ਬਹੁਤ ਉਤਰਾਅ ਚੜਾਅ ਆਉਂਦੇ। ਸਦੀਵੀ ਸੱਚ ਹੈ ਕਿ ਜਿੰਨਾ ਉੱਚਾ ਪਹਾੜ ਹੋਏਗਾ ਉਹਦੇ ਪੈਰਾਂ ਦੇ ਵਿੱਚ ਉਨੀ ਡੂੰਘੀ ਖਾਈ ਹੋਏਗੀ। ਤੇ ਮੈਂ ਬਹੁਤ ਸਾਰੀਆਂ ਖਾਈਆਂ ਦੇਖੀਆਂ ਕਿ ਇਹ ਗੌਰਮੈਂਟਾਂ ਦੇ ਸਰਕਾਰਾਂ ਦੇ ਛੜਯੰਤਰ ਹੁੰਦੇ ਆ ਕਿ ਕਿਸੇ ਸੂਬੇ ਦਾ ਘਾਣ ਕਿਵੇਂ ਕਰਨਾ। ਸਭ ਤੋਂ ਪਹਿਲਾਂ ਉਹਦੇ ਕੋਲ ਭਾਸ਼ਾ ਖੋਲ੍ਹੋ। ਹਰ ਭਾਸ਼ਾ ਇੱਕ ਵਿਅਕਤੀ ਦਾ ਇੱਕ ਸਿਰ ਹੁੰਦੀ ਹੈ। ਮੈਂ ਤੇ ਇਹ ਕਹਿੰਦਾ ਕਿ ਸਾਨੂੰ ਨਾ ਸਿਰਫ ਪੰਜਾਬੀ ਆਉਣੀ ਚਾਹੀਦੀ ਹੈ ਬਲਕਿ ਦੇਵਨਾਗਰੀ ਵੀ ਆਉਣੀ ਚਾਹੀਦੀ ਹੈ, ਇੰਗਲਿਸ਼ ਵੀ ਆਉਣੀ ਚਾਹੀਦੀ ਹੈ ਔਰ ਖਾਸ ਕਰਕੇ ਪਰਸ਼ੀਅਨ ਆਉਣੀ ਚਾਹੀਦੀ ਹੈ ਜਿਹੜੀ ਇਸ ਸਮੁੱਚੇ ਖਿੱਤੇ ਦੀ ਬੜੀ ਦੇਰ ਰਾਜ ਭਾਸ਼ਾ ਰਹੀ। ਕਿ ਜਿਹੜੇ ਨਲਾਇਕ ਬੱਚੇ ਆ ਕਲਾਸ ਦੇ ਹੁਸ਼ਿਆਰ ਬੱਚਿਆਂ ਨਾਲੋਂ ਪਹਿਲਾਂ ਸੈਟਲ ਹੁੰਦੇ। ਕਿਉਂ ਸੈਟਲ ਹੁੰਦੇ ਆ? ਕਿ ਅਸਲ ਜ਼ਿੰਦਗੀ ਹੀ ਸਾਡੀ ਮਾਰਕੀਟ ਦੇ ਵਿੱਚੋਂ ਸ਼ੁਰੂ ਹੁੰਦੀ। ਮੈਂ ਸਮਝਦਾ ਕਿ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਦੇ ਵਿੱਚ ਜੇਕਰ ਪੰਜਾਬੀ ਮਾਂ ਬੋਲੀ ਦੇ ਪੁੱਤ ਨਹੀਂ ਵਰਤਣਗੇ ਜਾਂ ਸੰਭਾਲਣਗੇ ਤੇ ਕੀ ਤੁਸੀਂ ਆਸ ਕਰ ਸਕਦੇ ਹੋ ਕਦੀ ਬੰਗਲਾ ਵਾਲੇ ਸਾਡੀ ਪੰਜਾਬੀ ਦੀ ਰਖਵਾਲੀ ਕਰਨਗੇ? ਤੁਰ ਗਏ ਸਜਣਾ ਨੂੰ ਜੇਕਰ ਯਾਦ ਨਾ ਕਰਦਾ ਕੋਈ, ਦਰਦ ਨੂੰ ਸ਼ੇਰਾਂ ਦੇ ਵਿੱਚ ਅਨੁਵਾਦ ਨਾ ਕਰਦਾ ਕੋਈ। ਕੁਝ ਇਹੋ ਜਿਹੀ ਸ਼ਾਇਰੀ, ਬਾਕਮਾਲ ਸ਼ਾਇਰੀ ਜਿਸ ਦਰਦ ਨੇ ਲਿਖੀ ਜਾਂ ਇਹ ਕਹਿ ਲਵਾਂ ਦੇਵ ਦਰਦ ਨੇ ਲਿਖੀ, ਜੋ ਕਿ ਮਾਝੇ ਦੇ ਉਸ ਇਲਾਕੇ ਵਿੱਚ ਰਹਿੰਦੇ ਨੇ ਜਿਸ ਨੂੰ ਗੁਰੂ ਦੀ ਨਗਰੀ ਕਿਹਾ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਇਸ ਨੌਜਵਾਨ ਹੀ ਕਹਾਂਗੀ ਮੈਂ, ਭਾਵੇਂ ਪ੍ਰੋਗਰਾਮ ਸਾਡਾ ਹੈ ਉਮਰਾਂ ਦੀ ਸਾਂਝ, ਪਰ ਇਸ ਇਨਸਾਨ ਨੂੰ ਕਹਾਂਗੀ ਮੈਂ ਅੱਜ ਨੌਜਵਾਨ, ਕਿਉਂਕਿ ਜਿੰਨੇ ਇਹ ਇਸ ਵੇਲੇ ਕੰਮ ਕਰਦੇ ਪਏ ਨੇ, ਭਾਵੇਂ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਤੋਂ, ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਟਾਇਰ ਹੋ ਚੁੱਕੇ ਨੇ, ਪਰ ਉਹਦੇ ਨਾਲ ਨਾਲ ਇਸ ਵੇਲੇ ਵੀ ਜਿਸ ਸਕੂਲ ਨੂੰ ਚਲਾ ਰਹੇ ਨੇ ਬਹੁਤ ਹੀ ਬਾਕਮਾਲ ਸਕੂਲ ਹੈ ਜਿਸ ਦਾ ਆਪਣਾ ਇੱਕ ਇਤਿਹਾਸ ਹੈ ਔਰ ਉਹਦੇ ਨਾਲ ਨਾਲ 5 ਕਿਤਾਬਾਂ ਪੰਜਾਬੀ ਨੂੰ ਦੇਣ ਦੇ ਚੁੱਕੇ ਨੇ ਔਰ ਪੰਜਾਬੀ ਸ਼ੇਰੋ ਸ਼ਾਇਰੀ ਦੀਆਂ ਔਰ ਕਹਾਂਗੇ ਕਿ ਗਜ਼ਲਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਸਾਨੂੰ ਦੇ ਚੁੱਕੇ ਨੇ। ਆਪਣੇ ਆਪ ਦੇ ਵਿੱਚ ਇੱਕ ਮਕਬੂਲ ਹਸਤੀ ਨੇ। ਜੇਕਰ ਮਿਲੀਏ ਕਹਿੰਦੇ ਨੇ ਤਾਂ ਹੀ ਪਤਾ ਲੱਗਦਾ, ਤੇ ਅੱਜ ਮੈਨੂੰ ਪਤਾ ਲੱਗ ਰਿਹਾ ਕਿ ਮੈਂ ਇੱਕ ਬਹੁਤ ਬਾਕਮਾਲ ਹਸਤੀ ਨੂੰ ਮਿਲ ਰਹੀ ਹਾਂ। ਦੇਵਦਰਦ ਜੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ, ਅੱਜ ਮੈਂ ਪਹੁੰਚੀ ਹਾਂ ਉਹਨਾਂ ਦੇ ਕੋਲ। ਪ੍ਰੋਗਰਾਮ ਹੈ ਜੀ ਉਮਰਾਂ ਦੀ ਸਾਂਝ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਤੁਸੀਂ ਸਤਿ ਸ਼੍ਰੀ ਅਕਾਲ ਔਰ ਰੌਣਕ ਪੰਜਾਬ ਨਾਲ ਜੁੜੇ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਕਹਿੰਦੇ ਨੇ ਪਿਆਰ ਤੇ ਇਸ਼ਕ ਦੇ ਨਾਲ ਲਬਰੇਜ਼ ਕੁਝ ਲੋਕ ਹੁੰਦੇ ਨੇ ਜਿਹੜੇ ਵਾਕਈ ਹੀ ਆਪਣੇ ਆਪ ਦੇ ਵਿੱਚ ਬਾਕਮਾਲ ਹੁੰਦੇ ਨੇ ਔਰ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੋ। ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਤੁਹਾਡਾ ਜਿਹੜਾ ਜਨਮ ਆ ਉਹ ਕਿੱਥੋਂ ਦਾ ਹੈ? ਮੈਂ ਗੁਰਦਾਸਪੁਰ ਨੂੰ, ਖਾਸ ਕਰਕੇ ਬਟਾਲੇ ਨੂੰ ਬਿਲੋਂਗ ਕਰਦਾ ਹਾਂ। ਮੇਰਾ ਜਿਹੜਾ ਪਿੰਡ ਹੈਗਾ ਬਟਾਲੇ ਤੋਂ 4 ਕਿਲੋਮੀਟਰ ਗੁਰਦਾਸਪੁਰ ਵੱਲ ਹੈ, ਦਿਆਲਗੜ੍ਹ, ਅਤੇ ਉਸ ਪਿੰਡ ਦਾ ਮੈਂ ਜੰਮ ਪਾਲਿਆ ਜੀ। ਅਤੇ ਮੈਨੂੰ ਆਪਣੇ ਪਿੰਡ ਨਾਲ ਬਹੁਤ ਮੋਹ ਹੈ, ਅੱਜ ਵੀ ਬੜਾ ਮੋਹ ਹੈ। ਅਤੇ ਬਟਾਲੇ ਪੂਰੇ ਨਾਲ, ਕਿਉਂਕਿ ਬਟਾਲਾ ਵੀ ਸਾਡੇ ਘਰ ਸੀਗਾ, ਸੇਖੜੀਆਂ ਮੁਹੱਲੇ, ਕਪੂਰੀ ਗੇਟ ਸਾਡਾ ਘਰ ਸੀ।
ਤੇ ਬਟਾਲੇ ਨਾਲ ਵੀ ਬੜਾ ਪਿਆਰ ਹੈ, ਪਿੰਡ ਨਾਲ ਵੀ ਬੜਾ ਪਿਆਰ ਹੈ, ਤੇ ਆਪਣੀ ਕਰਮ ਭੂਮੀ ਗੁਰੂ ਕੀ ਨਗਰੀ ਅੰਮ੍ਰਿਤਸਰ ਨਾਲ ਵੀ ਬਹੁਤ ਮੁਹੱਬਤ ਹੈ। ਬਿਲਕੁਲ। ਅੱਛਾ ਦੇਵ ਜੀ, ਤੁਹਾਡੀ ਜਿਹੜੀ ਮੁੱਢਲੀ ਸਿੱਖਿਆ ਆ ਉਹ ਬਟਾਲੇ ਦੀ ਹੈ? ਨਹੀਂ, ਅੰਮ੍ਰਿਤਸਰ ਦੀ ਹੈ। ਮੇਰੇ ਪਿਤਾ ਜੀ ਇੱਥੇ ਰੇਲਵੇ ਵਰਕਸ਼ਾਪ ਦੇ ਵਿੱਚ ਆ ਗਏ ਸੀਗੇ ਕਲੈਰੀਕਲ ਜੌਬ ਦੇ ਉੱਤੇ, ਤੇ ਫਿਰ ਅਸੀਂ ਵੀ ਪਿੰਡੋਂ ਇੱਥੇ ਆ ਗਏ, ਤੇ ਇੱਥੇ ਸਾਡੀ ਪੂਰੀ ਫੈਮਿਲੀ ਜਦੋਂ ਇੱਥੇ ਆਈ, ਤੇ ਨੈਚੁਰਲੀ ਮੇਰੀ ਪੜ੍ਹਾਈ ਜਿਹੜੀ ਹੈ ਉਹ ਇੱਥੋਂ ਦੀ ਹੈ। ਸਕੂਲ ਜਿਹੜਾ ਸੀ, ਮੈਂ ਹਿੰਦੂ ਸਭਾ ਹਾਇਰ ਸੈਕੰਡਰੀ ਸਕੂਲ 'ਚ ਪੜ੍ਹਦਾ ਸੀ, ਫਿਰ ਕਾਲਜ ਤੇ ਖਾਲਸਾ ਕਾਲਜ ਦੇ ਵਿੱਚ ਥੋੜ੍ਹੀ ਦੇਰ ਪੜ੍ਹਿਆ, ਫਿਰ ਡਿਪਲੋਮਾ ਕੀਤਾ ਮੈਂ ਗਾਰਮੈਂਟ ਟੈਕਨੋਲੋਜੀ ਦਾ, ਤੇ ਫਿਰ ਅੱਗੋਂ ਸਫ਼ਰ ਕਈ ਜਗ੍ਹਾ ਫੈਲ ਗਿਆ। ਜੀ, ਸਫ਼ਰ ਦੇ ਨਾਲ ਨਾਲ ਪੁੱਛਾਂਗੇ ਕਿਉਂਕਿ ਦੇਖੋ ਸਿੱਖਿਆ ਤੋਂ ਬਾਅਦ ਯਕੀਨਨ ਜਾਂ ਤਾਂ ਬੰਦਾ ਕੋਈ ਆਪਣਾ ਕੰਮਕਾਰ ਕਰਦਾ ਹੈ, ਜਾਂ ਫਿਰ ਹਰੇਕ ਇਨਸਾਨ ਕੋਈ ਨਾ ਕੋਈ, ਕਿਉਂਕਿ ਉਹ ਸਮੇਂ ਭਲੇ ਵੇਲੇ ਜਿਹਨੂੰ ਅਸੀਂ ਕਹਿ ਸਕਦੇ ਸੀ ਸਰਕਾਰੀ ਨੌਕਰੀ ਮਿਲਣੀ ਵੀ ਬੜੀ ਆਸਾਨ ਸੀ। ਉਸ ਤੋਂ ਬਾਅਦ ਦਾ ਜਿਹੜਾ ਸਫ਼ਰ ਸੀ ਤੁਹਾਡਾ ਕਿਵੇਂ ਸ਼ੁਰੂ ਹੋਇਆ ਤੁਹਾਡੇ ਕੰਮਕਾਰ ਨੂੰ ਲੈ ਕੇ? ਮੈਂ ਨਾ ਉਸ ਤੋਂ ਬਾਅਦ ਦਾ ਨਹੀਂ, ਉਸ ਤੋਂ ਪਹਿਲੇ ਦੇ ਸਫ਼ਰ ਦੀ ਗੱਲ ਕਰਦੇ ਹਾਂ ਜੀ। ਅਸੀਂ ਜਦੋਂ ਵੀ ਕਿਸੇ ਐਪੀਸੋਡ ਵਿੱਚ ਇੰਟਰਵਿਊ ਦੇਣ ਵਾਸਤੇ ਬੈਠਦੇ ਹਾਂ, ਤੇ ਅਸੀਂ ਬੜੀਆਂ ਫੈਬਰੀਕੇਟ ਕੀਤੀਆਂ ਹੋਈਆਂ ਗੱਲਾਂ ਜਿਹੜੀਆਂ ਨਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ ਕਿ ਮੈਂ ਤੇ ਬਹੁਤ ਵਧੀਆ ਸੀਗਾ, ਮੇਰਾ ਪਰਿਵਾਰ ਬਹੁਤ ਵਧੀਆ ਸੀ। ਪਹਿਲੀ ਗੱਲ ਕਿ ਅਸੀਂ ਸਾਰਾ ਪਰਿਵਾਰ ਹੈਂਡ ਟੂ ਮਾਊਥ ਸੀਗੇ। ਭਾਵੇਂ ਸਾਡੀ ਜ਼ਮੀਨ 3 ਪਿੰਡਾਂ ਦੇ ਵਿੱਚ ਸੀਗੀ, ਲੇਕਿਨ ਉਹਨਾਂ ਜ਼ਮੀਨਾਂ ਦੇ ਉਦੋਂ ਖਰਚੇ ਬਹੁਤ ਜ਼ਿਆਦਾ ਸੀ, ਖਰਚਾ ਵੀ ਨਹੀਂ ਸੀ ਪੂਰਾ ਹੁੰਦਾ। ਮੇਰੇ ਫਾਦਰ ਵੀ ਤਨਖਾਹ ਦੇ ਵਿੱਚੋਂ ਪੈਸੇ ਉੱਥੇ ਭੇਜਦੇ ਸੀ। ਉਸ ਤੋਂ ਬਾਅਦ ਜਿਹੜੇ ਮੇਰੀ ਪੜ੍ਹਾਈ ਜਦੋਂ ਸ਼ੁਰੂ ਹੁੰਦੀ ਆ, ਉਹ 'ਚ ਬੜਾ ਕਮਾਲ ਦਾ ਮੇਰਾ ਸਫ਼ਰ ਹੈ ਕਿ ਮੈਨੂੰ ਮੈਥ ਨਹੀਂ ਸੀ ਆਉਂਦਾ, ਔਰ ਐਪੀਸੋਡ ਦੇਖ ਰਹੇ ਹੋਏ ਸਾਰੇ ਉਹਨਾਂ ਵਿਦਿਆਰਥੀਆਂ ਨੂੰ ਮੈਂ ਕਹਾਂਗਾ ਕਿ ਇਹ ਗੱਲ ਧਿਆਨ ਨਾਲ ਸੁਣ ਕਿ ਜਦੋਂ ਮੈਨੂੰ ਟੀਚਰ ਮੈਥ ਪੜ੍ਹਾਉਂਦਾ ਸੀ, ਮੇਰੇ ਉੱਪਰੋਂ ਦੀ ਸਲਿੱਪ ਹੋ ਜਾਂਦਾ ਸੀ। ਮੈਥ ਆਇਆ ਹੀ ਨਹੀਂ, ਸਾਰੀ ਉਮਰ ਨਹੀਂ ਆਇਆ, ਤੇ ਮੈਂ ਇੱਕ ਲੰਬਾ ਅਰਸਾ ਆਪਣੇ ਆਪ ਨੂੰ ਬਹੁਤ ਨਾਲਾਇਕ ਸਮਝਿਆ ਕਿ ਮੈਂ ਬੜਾ ਨਾਲਾਇਕ ਹਾਂ, ਮੈਨੂੰ ਮੈਥ ਨਹੀਂ ਆਉਂਦਾ, ਮੇਰਾ 0 ਨੰਬਰ ਆਉਂਦਾ। ਬੜੀ ਸ਼ਰਮਿੰਦਗੀ ਹੁੰਦੀ ਸੀ ਜਦੋਂ 0 ਨੰਬਰ ਆਉਂਦਾ ਸੀ। ਔਰ ਜਿਹੜੇ ਬੱਚਿਆਂ ਨੂੰ ਮੈਥ ਨਹੀਂ ਸੀ ਆਉਂਦਾ, ਕਲਾਸ ਵਿੱਚ ਵੀ ਉਹਨਾਂ ਨੂੰ ਬਹੁਤ ਨਾਲਾਇਕ ਸਮਝਦੇ ਸੀ। ਉੱਤੋਂ ਇੱਕ ਗੱਲ ਮੈਂ ਸਿੱਖੀ ਕਿ ਸਾਡੇ ਟੀਚਰ ਨੇ ਸਾਨੂੰ ਜਦੋਂ ਵੀ ਕੋਈ ਚੀਜ਼ ਲੈਣ ਬਾਹਰ ਭੇਜਣਾ, ਤੇ ਸਭ ਨਾਲੋਂ ਨਾਲਾਇਕ ਵਿਦਿਆਰਥੀ ਨੂੰ ਉਹ ਭੇਜਦੇ ਹੁੰਦੇ ਸੀ ਕਿ ਤੁਸੀਂ ਚੀਜ਼ ਲੈ ਕੇ ਆਓ, ਮਾਰਕੀਟ ਜਾਓ, ਇਹ ਚੀਜ਼ ਲੈ ਕੇ ਆਓ। ਕਿਉਂਕਿ ਟੀਚਰ ਦੇ ਮਨਾਂ 'ਚ ਵੀ ਇਹ ਗੱਲ ਹੁੰਦੀ ਸੀਗੀ ਕਿ ਜਿਹੜੇ ਹੁਸ਼ਿਆਰ ਬੱਚੇ ਹੈਗੇ ਉਹਨਾਂ ਦਾ ਟਾਈਮ ਨਾ ਵੇਸਟ ਕੀਤਾ ਜਾਵੇ, ਨਾਲਾਇਕ ਬੱਚੇ ਨੂੰ ਭੇਜੋ। ਇਹੋ ਕਾਰਨ ਹੈ ਕਿ ਜਿਹੜੇ ਨਾਲਾਇਕ ਬੱਚੇ ਆ ਕਲਾਸ ਦੇ ਹੁਸ਼ਿਆਰ ਬੱਚਿਆਂ ਨਾਲੋਂ ਪਹਿਲਾਂ ਸੈਟਲ ਹੁੰਦੇ। ਕਿਉਂ ਸੈਟਲ ਹੁੰਦੇ ਆ? ਕਿ ਅਸਲ ਜ਼ਿੰਦਗੀ ਹੀ ਸਾਡੀ ਮਾਰਕੀਟ ਦੇ ਵਿੱਚੋਂ ਸ਼ੁਰੂ ਹੁੰਦੀ। ਬਿਲਕੁਲ। ਤੇ ਜਿਹੜੇ ਨਾਲਾਇਕ ਬੱਚੇ ਹੁੰਦੇ, ਜਦੋਂ ਬਾਰ-ਬਾਰ ਟੀਚਰ ਔਰ ਹਰ ਟੀਚਰ ਪੀਰੀਅਡ ਲੱਗਿਆ, ਹਰ ਟੀਚਰ ਨੇ ਉਹਨਾਂ ਨੂੰ ਭੇਜਣਾ, ਤੇ ਉਹਨਾਂ ਨੂੰ ਸਾਰਾ ਹੀ ਬਾਜ਼ਾਰੀ ਜੋ ਕੰਮਕਾਜ ਦਾ ਤੌਰ ਤਰੀਕਾ ਉਹਨਾਂ ਨੂੰ ਆ ਜਾਂਦਾ ਹੈ, ਇਸ ਕਰਕੇ ਉਹ ਜ਼ਿਆਦਾ ਇੰਟੈਲੀਜੈਂਟ ਹੋ ਜਾਂਦੇ। ਦੂਸਰਾ, ਜਿਹੜਾ ਮੈਨੂੰ ਮੈਥ ਨਹੀਂ ਸੀ ਆਉਂਦਾ, ਮੈਂ ਬੜਾ ਸੁਚੇਤ ਹੋ ਕੇ ਤੁਹਾਡੇ ਚੈਨਲ ਦੇ ਅੱਗੇ ਬੈਠਾ ਗੱਲ ਕਰ ਰਿਹਾ, ਮੈਂ ਸਮਝਦਾ ਕਿ ਜ਼ਿਆਦਾ ਮੈਥ ਆਉਣਾ ਬਹੁਤ ਖਤਰਨਾਕ ਗੱਲ ਹੈ। ਕਾਰਨ ਦੱਸੋਗੇ? ਹਾਂ ਬਿਲਕੁਲ। ਜਦੋਂ ਸਾਨੂੰ ਮੈਥ ਆਉਂਦਾ ਤੇ ਅਸੀਂ ਬੜੇ ਕੈਲਕੂਲੇਟਡ ਜੇ ਹੋ ਜਾਂਦੇ ਹਾਂ। ਹਰ ਗੱਲ ਨੂੰ ਅਸੀਂ ਪੈਸੇ ਨਾਲ ਜੋੜ ਕੇ ਕਰਦੇ ਹਾਂ। ਸਾਡਾ ਸਮਾਜ ਪਹਿਲਾਂ ਹੀ ਕਰ ਰਿਹਾ। ਦੇਖੋ ਨਾ, ਅਸੀਂ ਕਿਸੇ ਦੀ ਖਬਰ ਲੈਣ ਜਾਂਦੇ ਹਾਂ, ਤੇ ਅਸੀਂ ਕੋਈ ਪੁੱਛਦਾ ਕਿ ਉਹਨੂੰ ਕਿੰਨਾ ਕੁ ਆਰਾਮ ਆਇਆ, ਤੇ ਅਸੀਂ ਉਹਨੂੰ ਕਹਿੰਦੇ ਕਿ 1 ਰੁਪਏ ਚੋਂ 50 ਪੈਸੇ ਆਰਾਮ ਆ ਗਿਆ ਉਹਨੂੰ। 1 ਰੁਪਏ ਚੋਂ 75 ਪੈਸੇ ਹੁਣ ਆਰਾਮ ਹੈ, ਬਸ 5 ਪੈਸੇ ਰਹਿ ਗਿਆ। ਅਸੀਂ ਕਿਸੇ ਚੀਜ਼ ਦੀ ਵੀ ਤੁਲਨਾ ਕਰਦੇ ਤੇ ਪੈਸੇ ਨਾਲ ਕਰਦੇ। ਹੁਣ ਮੇਰੇ ਵਰਗੇ ਬੰਦੇ ਨੂੰ ਜਿੱਥੇ ਮੈਥ ਆਉਂਦਾ ਹੀ ਨਹੀਂ ਹੈ ਨਾ, ਤੇ ਹੁਣ ਉਹਨੂੰ ਕੁਦਰਤ ਨੇ ਕੰਮ ਦੇਣੇ ਆ, ਤੇ ਮੈਨੂੰ ਕੁਦਰਤ ਨੇ ਫਿਰ ਇਹ ਕੰਮ ਦਿੱਤੇ ਕਿ ਜਿਨ੍ਹਾਂ 'ਚ ਕੋਈ ਮੈਥ ਦੀ ਸੀਮਾ ਹੀ ਨਹੀਂ ਹੈਗੀ। ਜੇ ਮੈਂ ਪਲਾਂਟਸ ਲਗਾਏ, ਬੇਹਿਸਾਬ ਲਗਾਏ, ਜੇ ਮੈਂ ਮਿਊਜ਼ੀਅਮ ਬਣਾਏ, ਕੋਇਨਸ ਇਕੱਠੇ ਕੀਤੇ, ਕਿਸੇ ਹਿਸਾਬ ਨਾਲ ਇਕੱਠੇ ਕੀਤੇ ਹੀ ਨਹੀਂ। ਮੈਂ ਕਿਸੇ ਹਿਸਾਬ 'ਚ ਮੈਨੂੰ ਇਹ ਸਾਰਾ ਕੁਝ ਬਣ ਹੀ ਨਹੀਂ ਸਕਿਆ। ਤੇ ਜੇ ਮੈਂ ਅਵਾਰਾਗਰਦੀ ਕੀਤੀ, ਬੇਹਿਸਾਬ ਕੀਤੀ ਹੈ ਨਾ। ਮੈਂ ਬਹੁਤ ਸਾਰੇ ਐਪੀਸੋਡਸ ਦੇ ਵਿੱਚ ਮੇਰੇ ਪਰਮ ਮਿੱਤਰ ਨੇ, ਮੈਂ ਆਪਣੀ ਸ਼ਾਇਰੀ ਦੀ ਗੱਲ ਕਰਨੀ, ਲੇਕਿਨ ਮੈਂ ਹਰਦਿਆਲ ਸਾਗਰ ਮੇਰੇ ਦੋਸਤ ਹੈ, ਮੈਂ ਉਹਨਾਂ ਦੇ ਇੱਕ ਸ਼ੇਅਰ ਦਾ ਹਵਾਲਾ ਦਿੰਦਾ ਹੁੰਦਾ, ਹਰ ਵਾਰੀ ਦਿੰਦਾ, ਕਿ ਉਹ ਕਹਿੰਦੇ ਨੇ ਕਿ ਨਫ਼ਰਤ ਕਰੋ, ਗਿਲਾ ਕਰੋ, ਜਾਂ ਫਿਰ ਵਫਾ ਕਰੋ,
ਨਫ਼ਰਤ ਕਰੋ, ਗਿਲਾ ਕਰੋ ਜਾਂ ਫਿਰ ਵਫਾ ਕਰੋ, ਜੋ ਵੀ ਕਰੋ ਦਿਲ ਤੋਂ ਕਰੋ, ਬੇਇੰਤਹਾ ਕਰੋ। ਤੇ ਮੈਂ ਫਿਰ ਜਿਹੜਾ ਵੀ ਕੰਮ ਕੀਤਾ, ਕਿਉਂਕਿ ਮੈਨੂੰ ਹਿਸਾਬ ਹੀ ਨਹੀਂ ਸੀ ਆਉਂਦਾ, ਤੇ ਮੈਂ ਹਰ ਕੰਮ ਹੀ ਬੇਇੰਤਹਾ ਕੀਤਾ। ਇਸ ਕਰਕੇ ਇੰਨਾ ਕੁਝ ਇਕੱਠਾ ਹੋ ਗਿਆ, ਮੈਂ ਪੈਸੇ ਜੋੜਨ ਵੱਲ ਤੁਰਿਆ ਹੀ ਨਹੀਂ, ਕਦੀ ਜੋੜੇ ਹੀ ਨਹੀਂ। ਨਾ ਮੇਰੀ ਕਿਸੇ ਬੈਂਕ 'ਚ ਕੋਈ ਪੈਸਾ ਹੈਗਾ, ਔਰ ਨਾ ਮੈਂ ਕਦੀ ਕਿਸੇ ਬੈਂਕ 'ਚ ਗਿਆ। ਜਿਹੜੇ ਪ੍ਰੋਗਰਾਮ ਸੁਣ ਰਹੇ ਉਹ ਵੀ ਇਸ ਗੱਲ ਦੇ ਗਵਾਹ ਨੇ ਕਿ ਮੈਂ ਕਦੀ ਕਿਸੇ ਬੈਂਕ 'ਚ ਗਿਆ ਹੀ ਨਹੀਂ, ਹੈ ਨਾ। ਮੈਂ ਜਿਹੜੇ ਮੈਨੂੰ ਪ੍ਰਮਾਤਮਾ ਨੇ ਪੈਸੇ ਦਿੱਤੇ, ਮੈਂ ਲਾਉਂਦਾ ਰਿਹਾ, ਸਕੂਲ ਬਣਾ ਲਿਆ, ਇਹ ਕਰ ਲਿਆ, ਮਿਊਜ਼ੀਅਮ ਇਕੱਠੇ ਕਰ ਲਏ, ਸਾਰਾ ਕੁਝ ਬੇਹਿਸਾਬਾ ਹੋਇਆ। ਪਰ ਉਹਨੇ ਮੈਨੂੰ ਮੇਰੇ ਮਾਨਸਿਕ ਸਕੂਨ ਨੂੰ ਬੜਾ ਕਾਇਮ ਰੱਖਿਆ। ਮੈਂ ਹੁਣ ਵੀ, ਮੇਰੀ 65 ਸਾਲ ਦੀ ਉਮਰ ਹੈ, ਮੈਂ ਮਾਨਸਿਕ ਤੌਰ 'ਤੇ ਬਹੁਤ ਸੰਤੁਸ਼ਟ ਹਾਂ। ਜਿਹੜਾ ਵੀ ਕੰਮ ਕਰ ਰਿਹਾ ਉਹ ਕਲਾ ਨਾਲ ਜੁੜੇ ਹੋਏ ਕੰਮ ਕਰ ਰਿਹਾ, ਆਰਟ ਨਾਲ ਜੁੜੇ ਹੋਏ ਕੰਮ ਕਰ ਰਿਹਾ, ਅਤੇ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਉਹ ਸਾਡੇ ਬਾਡੀ ਨੂੰ ਬੜਾ ਬੈਲੈਂਸਡ ਕਰਕੇ ਰੱਖਦੇ, ਮੈਨੂੰ ਕ੍ਰੀਏਟਿਵ ਰੱਖਦੇ ਨੇ, ਮੈਨੂੰ ਅੱਗੇ ਤੋਰਨ ਦੇ ਵਿੱਚ ਨਿਰੰਤਰ ਇੱਕ ਵੇਗ ਵਾਂਗ ਮੈਨੂੰ ਉਹ ਅੱਗੇ ਤੋਰਦੇ ਨੇ। ਮੈਂ ਗੱਲ ਕਰਾਂਗੀ ਪਰਿਵਾਰ ਦੀ, ਕਿਉਂਕਿ ਕਹਿੰਦੇ ਨੇ ਇਨਸਾਨ ਜਿਹੜਾ ਨਾ ਆਪਣੇ ਪਰਿਵਾਰ ਦੇ ਨਾਲ ਜੁੜ ਕੇ ਇੱਕ ਤਾਂ ਉਹਨਾਂ ਕੋਲੋਂ ਸਿੱਖਦਾ, ਇੱਕ ਸਿਖਾਉਂਦਾ ਵੀ ਬਹੁਤ ਕੁਝ ਹੈ। ਕਿਉਂਕਿ ਤੁਸੀਂ ਆਪਣੇ ਪਰਿਵਾਰ ਦੇ ਮੁੱਢ ਹੋ, ਆਪਣੇ ਪਰਿਵਾਰ ਦੀ ਨੀਂਹ ਹੋ, ਔਰ ਆਪਣੇ ਪਰਿਵਾਰ ਦੀ ਉਹ ਜੜ ਹੋ ਜਿਹਨੂੰ ਜੋੜ ਕੇ ਮਜ਼ਬੂਤੀ ਦੇ ਨਾਲ ਰੱਖਿਆ। ਔਰ ਉਹਦੇ ਨਾਲ ਇੱਕ ਗੱਲ 'ਚ ਮੈਂ ਹੋਰ ਕਹਾਂ ਕਿ ਉਹ 3500 ਬੱਚਿਆਂ ਦਾ ਤੁਸੀਂ ਭਵਿੱਖ ਵੀ ਕਹਿ ਸਕਦੀ ਹਾਂ ਤੁਹਾਡੇ ਨਾਲ ਹੀ ਜੁੜਿਆ ਹੋਇਆ। ਜਿਸ ਸਕੂਲ ਨੂੰ, ਆਤਮ ਸਕੂਲ ਨੂੰ ਤੁਸੀਂ ਅੰਮ੍ਰਿਤਸਰ ਦੇ ਵਿੱਚ ਚਲਾ ਰਹੇ ਹੋ, ਉਸ 3500 ਬੱਚਿਆਂ ਨੂੰ ਵੀ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਰੱਖਿਆ ਹੋਇਆ। ਪਰਿਵਾਰ ਦੇ ਵਿੱਚ ਜਿਹੜਾ ਤੁਹਾਡਾ ਕਹਿ ਲਓ ਆਪਣਾ ਨਿੱਜੀ ਪਰਿਵਾਰ ਹੈ, ਉਸ ਵਿੱਚ ਕੌਣ ਕੌਣ ਹੈ ਇਸ ਸਮੇਂ ਦੇ ਵਿੱਚ? ਮੇਰੇ ਮਦਰ ਨੇ, ਮੇਰੇ ਫਾਦਰ ਬਹੁਤ ਪਹਿਲਾਂ ਚਲੇ ਗਏ ਸੀਗੇ, ਲੇਕਿਨ ਮੈਂ ਆਪਣੇ ਫਾਦਰ ਕੋਲੋਂ ਬਹੁਤ ਗੱਲਾਂ ਸਿੱਖੀਆਂ। ਜਿਹੜੀ ਮੈਂ ਸ਼ਾਇਰੀ ਕਰਦਾ ਉਹ ਮੈਂ ਆਪਣੇ ਫਾਦਰ ਕੋਲੋਂ ਸਿੱਖੀ। ਮੇਰੇ ਫਾਦਰ ਸ਼ਾਇਰੀ ਨਹੀਂ ਕਰ ਸਕੇ, ਇੱਕ ਵੀ ਸ਼ੇਰ ਉਹਨਾਂ ਲਾਈਫ 'ਚ ਨਹੀਂ ਲਿਖਿਆ, ਲੇਕਿਨ ਮਿਰਜ਼ਾ ਗਾਲਿਬ ਉਹਨਾਂ ਨੂੰ ਜ਼ੁਬਾਨੀ ਯਾਦ ਸੀ। ਔਰ ਮੈਂ ਆਪਣੇ ਫਾਦਰ ਤੋਂ ਇੰਨਾ ਹੈਰਾਨ ਹੁੰਦਾ ਸੀਗਾ ਕਿ ਪੰਜਾਬ ਦੀਆਂ ਲੋਕ ਬੋਲੀਆਂ ਇਸ ਕਦਰ ਉਹਨਾਂ ਨੂੰ ਆਉਂਦੀਆਂ ਸੀ ਕਿ ਤੁਸੀਂ ਕੋਈ ਗੱਲ ਕਰ ਲਓ, ਉਹਨਾਂ ਨੇ ਜਵਾਬ ਪੰਜਾਬ ਦੀ ਲੋਕ ਬੋਲੀ ਵਿੱਚ ਦੇਣਾ। ਮੈਂ ਬਹੁਤ ਛੋਟਾ ਸੀਗਾ ਅਤੇ ਮੈਂ ਆਪਣੇ ਫਾਦਰ ਨੂੰ ਜਦੋਂ ਇੰਨੀ ਮੁਹਾਰਤ ਨਾਲ ਲੋਕ ਬੋਲੀਆਂ ਬੋਲਦਿਆਂ ਜਾਂ ਹਰ ਗੱਲ ਦਾ ਜਵਾਬ ਦਿੰਦਿਆਂ ਸੁਣਦਾ ਸੀ, ਮੈਨੂੰ ਬੜਾ ਹੀ ਅੱਛਾ ਲੱਗਦਾ ਸੀ ਕਿ ਮੇਰੇ ਫਾਦਰ ਇੰਨੇ ਵਧੀਆ ਨੇ, ਅਤੇ ਕਾਸ਼ ਕਦੀ ਮੈਂ ਵੀ ਇਸ ਤਰ੍ਹਾਂ ਦਾ ਬਣਾ। ਪਰ ਫਿਰ ਕਹਿੰਦੇ ਹੁੰਦੇ ਆ ਕਿ ਮੇਰੇ ਫਾਦਰ ਨੇ ਸ਼ਾਇਦ ਕਦੀ ਸੁਪਨਾ ਲਿਆ ਹੋਵੇ ਕਿ ਮੈਂ ਸ਼ਾਇਰ ਬਣਾ, ਅਤੇ ਉਹ ਨਹੀਂ ਬਣ ਸਕੇ, ਅਤੇ ਉਹਨਾਂ ਦਾ ਸੁਪਨਾ ਮੇਰੇ ਅੰਦਰ ਸਾਕਾਰ ਹੋ ਗਿਆ। ਮੈਂ ਹੁਣ ਵੀ ਆਪਣੇ ਸਟੂਡੈਂਟਸ ਨੂੰ ਵੀ ਅਤੇ ਕਿਸੇ ਵੀ ਟੀਵੀ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਕਹਿਣਾ ਕਿ ਤੁਸੀਂ ਸੁਪਨੇ ਲੈਣੇ ਬੰਦ ਨਹੀਂ ਕਰਨੇ। ਤੁਸੀਂ ਜਿਸ ਵੀ ਏਜ ਗਰੁੱਪ ਵਿੱਚ ਹੈਗੇ ਹੋ, ਤੁਸੀਂ ਸੁਪਨੇ ਲਵੋ। ਅਗਰ ਤੁਹਾਡੇ 'ਚੋਂ ਮੂਰਤੀਮਾਨ ਨਹੀਂ ਹੋਣਗੇ, ਤੁਹਾਡੇ ਬੱਚਿਆਂ 'ਚ, ਤੁਹਾਡੇ ਪੋਤਰਿਆਂ 'ਚ, ਤੁਹਾਡੀਆਂ ਪੋਤਰੀਆਂ 'ਚ ਮੂਰਤੀਮਾਨ ਜ਼ਰੂਰ ਹੋਣਗੇ। ਮੈਂ ਚਿੱਤਰਕਾਰ ਬਣਨਾ ਚਾਹੁੰਦਾ ਸੀ ਅਤੇ ਮੈਂ ਸਾਰੀ ਉਮਰ ਬਰੱਸ਼ ਪਕੜਨ ਦਾ ਮੈਨੂੰ ਟਾਈਮ ਨਹੀਂ ਮਿਲਿਆ। ਮੇਰੀ ਬੇਟੀ ਚਿੱਤਰਕਾਰ ਬਣ ਗਈ। ਮੈਂ ਆਰਕੀਓਲੋਜਿਸਟ ਬਣਨਾ ਚਾਹੁੰਦਾ ਸੀ, ਮੇਰੀ ਸਟੱਡੀ ਹੋਰ ਕੋਈ ਸੀ, ਮੇਰਾ ਬੇਟਾ ਆਰਕੀਓਲੋਜਿਸਟ ਬਣ ਗਿਆ, ਹੈ ਨਾ। ਇਹ ਇਸ ਤਰ੍ਹਾਂ ਹੀ ਹੈ। ਪਰ ਸੁਪਨੇ ਲੈਣੇ ਨਾ ਛੱਡੋ। ਮੇਰੇ ਫਾਦਰ ਦੇ ਸੁਪਨੇ ਦੇ ਅਕਾਰਡਿੰਗ ਮੈਂ ਸ਼ਾਇਰ ਬਣ ਗਿਆ। ਮੈਂ ਸਟਾਰਟਿੰਗ 'ਤੇ ਜਦੋਂ ਕੁਝ ਗਜ਼ਲਾਂ ਲਿਖੀਆਂ ਅਤੇ ਮੈਂ ਆਪਣੇ ਫਾਦਰ ਨੂੰ ਸੁਣਾਈਆਂ, ਅਤੇ ਮੇਰੇ ਫਾਦਰ ਨੇ ਮੱਥੇ ਨਾਲ ਲਾਈਆਂ ਆਪਣੇ ਨਾਲ ਕਿ ਯਾਰ ਮੇਰੇ ਪੁੱਤਰ ਨੇ ਲਿਖਿਆ ਹੈਗਾ। ਪਰ ਉਹਨਾਂ ਦਾ ਆਸ਼ੀਰਵਾਦ ਸੀਗਾ ਕਿ ਮੈਂ ਫਿਰ ਹੌਲੀ ਹੌਲੀ ਵਧੀਆ ਲਿਖਣਾ ਸ਼ੁਰੂ ਕਰ ਦਿੱਤਾ। ਅਤੇ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਦਰ ਨੇ, ਜਿਨ੍ਹਾਂ ਦੀ ਉਮਰ ਇਸ ਵੇਲੇ ਲਗਭਗ 94 ਸਾਲ ਹੈ, ਲੇਕਿਨ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਹੁਣ ਵੀ ਗਾ ਲੈਂਦੇ ਨੇ, ਨੱਚ ਵੀ ਲੈਂਦੇ ਨੇ। ਹਾਂ, ਆਪਣੀਆਂ ਪੋਤਰੀਆਂ ਪੋਤਰਿਆਂ ਦੇ ਨਾਲ ਨੱਚ ਲੈਂਦੇ ਆ। ਆਵਾਜ਼ ਬੜੀ ਸੋਹਣੀ ਸੀ ਉਹਨਾਂ ਦੀ, ਗਾ ਵੀ ਲੈਂਦੇ ਨੇ। ਅਤੇ ਸਾਡੇ ਘਰ ਦਾ ਮਾਹੌਲ ਹੀ ਇੰਨਾ ਵਧੀਆ ਕਿ ਅਸੀਂ ਸਾਰੇ ਕਿਰਤੀ ਹਾਂ। ਅਸੀਂ ਆਪਣੇ ਆਪ ਨੂੰ ਅਫਸਰ ਨਹੀਂ ਕਹਿੰਦੇ, ਭਾਵੇਂ ਮੈਂ ਬਾਅਦ ਵਿੱਚ ਪੜ੍ਹ ਕੇ ਫਿਰ ਐਜੂਕੇਸ਼ਨ ਲਾਈਨ 'ਚ ਆ ਗਿਆ, ਮੈਂ ਪ੍ਰਿੰਸੀਪਲ ਰਿਟਾਇਰ ਹੋਇਆ, ਪਰ ਅਸੀਂ ਕਦੀ ਇਹਨਾਂ ਚੱਕਰਾਂ 'ਚ ਨਹੀਂ ਪਏ ਕਿ ਅਸੀਂ ਦਰਵਾਜ਼ੇ ਦੇ ਉੱਤੇ ਨੇਮ ਪਲੇਟਾਂ ਲਗਾਈਏ, ਇਸ ਤਰ੍ਹਾਂ ਕਰੀਏ। ਅਸੀਂ ਸ਼ੁਰੂ ਤੋਂ ਮਜ਼ਦੂਰ ਹਾਂ। ਮੈਂ ਮੈਡਮ 35 ਸਾਲ ਸਰਕਾਰੀ ਨੌਕਰੀ ਕੀਤੀ, ਔਰ ਉਸ ਤੋਂ ਪਹਿਲੋਂ ਮੇਰਾ ਸਫ਼ਰ ਜਿਹੜਾ ਸ਼ੁਰੂ ਹੋਇਆ, ਮੈਂ 26 ਈਅਰ ਟੇਲਰਿੰਗ ਦੀ ਦੁਕਾਨ ਕੀਤੀ। ਟੇਲਰਿੰਗ ਦੀ ਦੁਕਾਨ ਤੋਂ ਬਾਅਦ ਫਿਰ ਮੈਂ ਪੜ੍ਹਨਾ ਸ਼ੁਰੂ ਕੀਤਾ। ਪੜ੍ਹ ਕੇ ਫਿਰ ਮੈਨੂੰ ਜੋਬ ਮਿਲ ਗਈ। ਫਿਰ ਮੈਂ ਟੇਲਰਿੰਗ ਦੀ ਦੁਕਾਨ ਵੀ ਕਰਦਾ ਰਿਹਾ ਅਤੇ ਨਾਲ ਮੈਂ ਜੋਬ ਵੀ ਕਰਦਾ ਰਿਹਾ। ਫਿਰ ਥੋੜ੍ਹੇ ਜਿਹੇ ਪੈਸੇ ਜਮ੍ਹਾਂ ਹੋ ਗਏ। ਫਿਰ ਇਸ ਜਗ੍ਹਾ ਜਿੱਥੇ ਸਕੂਲ ਬਣਿਆ ਹੋਇਆ, ਇੱਥੇ ਛੋਟੀ ਜਿਹੀ ਫੈਕਟਰੀ ਲਗਾ ਲਈ।
ਫਿਰ ਮੈਂ ਮਿਹਨਤੀ ਬਹੁਤ ਸੀਗਾ ਸ਼ੁਰੂ ਤੋਂ ਹੀ, ਔਰ ਮਿਹਨਤ ਕਰਦੇ ਕਰਦੇ ਫੈਕਟਰੀ ਬਹੁਤ ਵੱਡੀ ਹੋ ਗਈ, ਨੌਕਰੀ ਵੀ ਕੀਤੀ, ਦੁਕਾਨ ਵੀ ਕੀਤੀ, ਫੈਕਟਰੀ ਵੀ ਚਲਾਈ, ਤੇ ਫਿਰ ਅਲਟੀਮੇਟਲੀ ਸਕੂਲ ਖੋਲ੍ਹਣਾ ਸੀਗਾ, ਸਕੂਲ ਵੱਲ ਆ ਗਏ। ਮੈਨੂੰ ਮਾਣ ਹੈ ਕਿ ਮੈਂ 18 ਸਾਲ ਕੰਬਲਾਂ ਦੀ ਫੈਕਟਰੀ ਚਲਾਈ, 26 ਸਾਲ ਟੇਲਰਿੰਗ ਦੀ ਦੁਕਾਨ ਕੀਤੀ, 35 ਸਾਲ ਗੌਰਮੈਂਟ ਜੌਬ ਕੀਤੀ, ਤੇ 20 ਸਾਲ ਸਕੂਲ ਚਲਾਉਂਦਿਆਂ ਨੂੰ ਹੋ ਗਏ। ਇਸ ਸਾਰੇ ਕੁਛ ਦੇ ਵਿੱਚ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ, ਖਾਸ ਕਰਕੇ ਮੇਰੀ ਵਾਈਫ ਦਾ, ਜਿਹਨੇ ਹਰ ਮੁਸ਼ਕਲ ਦੌਰ ਦੇ ਵਿੱਚ ਵੀ ਮੇਰਾ ਸਾਥ ਦਿੱਤਾ। ਜਦੋਂ ਵੀ ਅਸੀਂ ਇੰਨੇ ਲੰਬੇ ਸਫ਼ਰ ਵੱਲ ਜਾਂਦੇ ਹਾਂ ਤੇ ਜ਼ਿੰਦਗੀ 'ਚ ਬਹੁਤ ਉਤਰਾਅ ਚੜਾਅ ਆਉਂਦੇ। ਸਦੀਵੀ ਸੱਚ ਹੈ ਕਿ ਜਿੰਨਾ ਉੱਚਾ ਪਹਾੜ ਹੋਏਗਾ ਉਹਦੇ ਪੈਰਾਂ ਦੇ ਵਿੱਚ ਉਨੀ ਡੂੰਘੀ ਖਾਈ ਹੋਏਗੀ, ਤੇ ਮੈਂ ਬਹੁਤ ਸਾਰੀਆਂ ਖਾਈਆਂ ਦੇਖੀਆਂ। ਮੈਂ ਤੁਹਾਨੂੰ ਦੱਸ ਵੀ ਰਿਹਾ ਸੀਗਾ ਕਿ 1997 ਦੇ ਵਿੱਚ ਗਜ਼ਲ ਦਾ ਇੱਕ ਸ਼ੇਰ ਲਿਖਿਆ। ਬਿਲਕੁਲ, ਮੈਨੂੰ ਲੱਗਦਾ ਪਿਆ ਕਿ ਮੈਂ ਉਹ ਤੁਹਾਡੀ ਗੱਲ ਸੁਣੀ ਹੋਈ ਹੈ ਕਿ ਇੱਕ ਗਜ਼ਲ ਦਾ ਸ਼ੇਰ ਲਿਖਿਆ ਜਿਹਨੂੰ 23 ਕਿ 25 ਸਾਲ ਲੱਗ ਗਏ ਪੂਰਾ ਕਰਨ ਦੇ ਵਿੱਚ। ਕੀਤਾ ਹੀ ਨਹੀਂ ਪੂਰਾ। ਨਹੀਂ, ਮਤਲਬ ਉਹਦੇ ਵਿੱਚ ਸਮਾਂ ਨਹੀਂ, ਇਜਾਜ਼ਤ ਨਹੀਂ ਦਿੱਤੀ ਸਮੇਂ ਨੇ, ਜਾਂ ਉਹਨੂੰ ਕੁਝ ਹੋਰ ਸੁਝਿਆ ਹੀ ਨਹੀਂ। ਨਹੀਂ, ਇਸ ਤਰ੍ਹਾਂ ਸੀਗਾ। ਮੈਂ ਪਹਿਲੋਂ ਦਰਸ਼ਕਾਂ ਨੂੰ ਉਹ ਸ਼ੇਰ ਸੁਣਾ ਲਵਾਂ ਕਿ ਉਹ ਸ਼ੇਰ ਕੀ ਸੀ। ਕਿ ਜਦੋਂ ਮੈਂ ਬਿਲਕੁਲ ਅਸਮਾਨ ਦੇ ਉੱਤੇ ਸੀਗਾ, ਹਾਲਾਤ ਇਸ ਤਰ੍ਹਾਂ ਦੇ ਬਣੇ, ਸਰਕਾਰ ਨੇ ਕੋਈ ਫੋਰਨ ਪਾਲਿਸੀ ਚੇਂਜ ਕਰਤੀ ਕਿ ਜਿੰਨੇ ਅੰਮ੍ਰਿਤਸਰ 'ਚ ਕੰਬਲ ਬਣਾਉਣ ਵਾਲੇ ਸੀਗੇ ਉਹ ਜ਼ਮੀਨ 'ਤੇ ਆ ਕੇ ਡਿੱਗ ਪਏ, ਸਾਰੀ ਇੰਡਸਟਰੀ ਖਤਮ ਹੋ ਗਈ। ਮੈਂ ਜਿਹੜਾ ਵੱਡਾ ਕੰਮ ਕਰਦਾ ਸੀ ਮੈਨੂੰ ਜ਼ਿਆਦਾ ਲਾਸ ਹੋਇਆ, ਪਰ ਮੈਂ ਉਹਦੇ 'ਚ ਇੱਕ ਸ਼ੇਰ ਲਿਖਿਆ ਕਿ ਸਾਡੇ ਵਿਹੜੇ ਕਿਸ ਤਰ੍ਹਾਂ ਦੇ ਸਖਤ ਮੌਸਮ ਆ ਗਏ, ਸਾਡੇ ਵਿਹੜੇ ਕਿਸ ਤਰ੍ਹਾਂ ਦੇ ਸਖਤ ਮੌਸਮ ਆ ਗਏ ਕਿ ਘਰ 'ਚ ਲੱਗੇ ਪੜਦਿਆਂ ਦੇ ਫੁੱਲ ਵੀ ਕਮਲਾ ਗਏ। ਹੁਣ ਇਹ ਨਹੀਂ ਕਿ ਮੈਂ ਮਤਲਾ ਲਿਖ ਲਿਆ ਗਜ਼ਲ ਦਾ ਤੇ ਉਸ ਤੋਂ ਬਾਅਦ ਮੇਰੇ ਕੋਲ ਸ਼ੇਰ ਮੁਕੰਮਲ ਨਹੀਂ ਸੀ ਹੋ ਸਕਦੇ, ਪਰ ਉਹ ਮਤਲਾ ਮੈਨੂੰ ਡਰਾਉਂਦਾ ਬੜਾ ਸੀ। ਜਦੋਂ ਮਤਲਾ ਮੇਰੇ ਸਾਹਮਣੇ ਆ ਜਾਂਦਾ ਸੀ ਮੈਨੂੰ ਉਹ ਪਸਮੰਜ਼ਰ ਸਮਾਂ ਚੇਤੇ ਆ ਜਾਂਦਾ ਸੀ ਤੇ ਮੈਂ ਉਹ ਕੰਬ ਜਾਂਦਾ ਸੀ ਉਹ ਸਾਰੇ ਸਮੇਂ ਤੋਂ। ਇਸ ਕਰਕੇ ਮੈਂ ਉਹਨੂੰ ਗਜ਼ਲ ਨੂੰ ਪੂਰਾ ਨਹੀਂ ਕਰ ਸਕਿਆ। ਅੱਜ ਹੁਣ ਕਿਉਂਕਿ ਸਾਰਾ ਕੁਝ ਮੁਕੰਮਲ ਹੈ ਤੇ ਮੈਂ ਹੁਣ ਪਿਛਲੇ ਹਫਤੇ ਇਹ ਗਜ਼ਲ ਮੁਕੰਮਲ ਕੀਤੀ ਹੈ ਤੇ ਬਾਕੀ ਸਾਰੇ ਸ਼ੇਰ ਇਸ ਹਫਤੇ ਲਿਖੇ। ਮੈਂ ਕਿਉਂਕਿ ਸ਼ਾਇਦ ਮੈਂ ਆਣਾ ਸੀ ਇਸ ਲਈ ਤੁਸੀਂ ਇਹ ਪੂਰੇ ਜਿਹੜੀ ਗਜ਼ਲ ਹੈ ਉਹਨੂੰ ਪੂਰਾ ਕੀਤਾ, ਤੇ ਮੈਂ ਚਾਹਾਂਗੀ ਕਿ ਉਹ ਗਜ਼ਲ ਤੁਸੀਂ ਸਾਨੂੰ ਜ਼ਰੂਰ ਸੁਣਾਓ। ਮੇਰਾ ਸੁਭਾਗ ਹੋਏਗਾ ਜੀ, ਮੈਂ ਉਹ ਗਜ਼ਲ ਸੁਣਾਉਣਾ ਹੈ ਦਰਸ਼ਕਾਂ ਨੂੰ ਕਿ ਸਾਡੇ ਵਿਹੜੇ ਕਿਸ ਤਰ੍ਹਾਂ ਦੇ ਸਖਤ ਮੌਸਮ ਆ ਗਏ ਕਿ ਘਰ 'ਚ ਲੱਗੇ ਪੜਦਿਆਂ ਦੇ ਫੁੱਲ ਵੀ ਕੁਮਲਾ ਗਏ। ਉਹਦਾ ਦੂਸਰਾ ਸ਼ੇਰ ਹੈ ਕਿ ਕੌਣ ਸਨ ਉਹ ਲੋਕ ਜਿਹੜੇ ਛਿੱਜੀਆਂ ਪੱਗਾਂ ਦੇ ਨਾਲ, ਕੌਣ ਸਨ ਉਹ ਲੋਕ ਜਿਹੜੇ ਛਿੱਜੀਆਂ ਪੱਗਾਂ ਦੇ ਨਾਲ ਜ਼ਿੰਦਗੀ ਦੇ ਤਾਜ ਨੂੰ ਗੈਰਤ ਦੀ ਕਲਗੀ ਲਾ ਗਏ। ਕੌਣ ਸਨ ਉਹ ਲੋਕ ਜਿਹੜੇ ਛਿੱਜੀਆਂ ਪੱਗਾਂ ਦੇ ਨਾਲ ਜ਼ਿੰਦਗੀ ਦੇ ਤਾਜ ਨੂੰ ਗੈਰਤ ਦੀ ਕਲਗੀ ਲਾ ਗਏ। ਤੇ ਸ਼ੇਰ ਦੇਖਣਾ ਕਿ ਮੁਫਲਸੀ ਦੇ ਝੰਬਿਆਂ ਨੂੰ, ਮੁਫਲਸੀ ਕਹਿੰਦੇ ਗਰੀਬੀ ਨੂੰ, ਮੁਫਲਸੀ ਦੇ ਝੰਬਿਆਂ ਨੂੰ ਐ ਖੁਦਾ ਦੇਵੀਂ ਨਜਾਤ, ਮੁਫਲਸੀ ਦੇ ਝੰਬਿਆਂ ਨੂੰ ਐ ਖੁਦਾ ਦੇਵੀਂ ਨਜਾਤ, ਨਿੱਤ ਦੇ ਝੋਰੇ ਜਿਨ੍ਹਾਂ ਦੀ ਜ਼ਿੰਦਗੀ ਨੂੰ ਖਾ ਗਏ, ਨਿੱਤ ਦੇ ਝੋਰੇ ਜਿਨ੍ਹਾਂ ਦੀ ਜ਼ਿੰਦਗੀ ਨੂੰ ਖਾ ਗਏ। ਤੇ ਐ ਮੁਹੱਬਤ ਹਿਜਰ ਵਿੱਚ ਵੇਖੀ ਮੈਂ ਤੇਰੀ ਬੇਬਸੀ, ਐ ਮੁਹੱਬਤ ਹਿਜਰ ਵਿੱਚ ਵੇਖੀ ਮੈਂ ਤੇਰੀ ਬੇਬਸੀ, ਲੱਭ ਜਦੋਂ ਸੀਤੇ ਗਏ ਦੀਦੇ ਜਦੋਂ ਪਥਰਾ ਗਏ, ਲੱਭ ਜਦੋਂ ਸੀਤੇ ਗਏ ਦੀਦੇ ਜਦੋਂ ਪਥਰਾ ਗਏ। ਤੇ ਪਿਆਰੇ ਸਰੋਤਿਓ ਸ਼ੇਰ ਸੁਣਨਾ ਕਿ ਇਹ ਤਾਂ ਸ਼ਾਇਰ ਲੋਕ ਨੇ ਜੋ ਖੁਦ ਮਲੰਗੀ ਭੋਗ ਕੇ, ਇਹ ਤਾਂ ਸ਼ਾਇਰ ਲੋਕ ਨੇ ਜੋ ਖੁਦ ਮਲੰਗੀ ਭੋਗ ਕੇ ਹੋਰਨਾਂ ਨੂੰ ਖੈਰ ਸੁੱਚੇ ਮੋਤੀਆਂ ਦੀ ਪਾ ਗਏ। ਇਹ ਤਾਂ ਸ਼ਾਇਰ ਲੋਕ ਨੇ ਜੋ ਖੁਦ ਮਲੰਗੀ ਭੋਗ ਕੇ ਹੋਰਨਾਂ ਨੂੰ ਖੈਰ ਸੁੱਚੇ ਮੋਤੀਆਂ ਦੀ ਪਾ ਗਏ। ਤੇ ਖਾਬ ਜਦ ਚਮਕੇ ਤਾਂ ਖੁਸ਼ਹਾਲੀ ਦੇ ਉੱਤੇ ਧੁੰਦ ਸੀ, ਖਾਬ ਜਦ ਚਮਕੇ ਤਾਂ ਖੁਸ਼ਹਾਲੀ ਦੇ ਉੱਤੇ ਧੁੰਦ ਸੀ, ਆਈ ਖੁਸ਼ਹਾਲੀ ਤਾਂ ਸਾਰੇ ਖਾਬ ਹੀ ਧੁੰਦਲਾ ਗਏ, ਆਈ ਖੁਸ਼ਹਾਲੀ ਤਾਂ ਸਾਰੇ ਖਾਬ ਹੀ ਧੁੰਦਲਾ ਗਏ। ਤੇ ਬਦ ਤੋਂ ਬਦਤਰ ਹੋ ਗਏ
ਹਾਲਾਤ ਇਨਸਾਨਾਂ ਲਈ। ਵੱਧ ਤੋਂ ਵੱਧਤਰ ਹੋ ਗਏ ਹਾਲਾਤ ਇਨਸਾਨਾਂ ਲਈ, ਆਸਥਾ ਤੇ ਤਰਕ ਜਦ ਆਪਸ ਦੇ ਵਿੱਚ ਟਕਰਾ ਗਏ। ਵੱਧ ਤੋਂ ਵੱਧਤਰ ਹੋ ਗਏ ਹਾਲਾਤ ਇਨਸਾਨਾਂ ਲਈ, ਆਸਥਾ ਤੇ ਤਰਕ ਜਦ ਆਪਸ ਦੇ ਵਿੱਚ ਟਕਰਾ ਗਏ। ਸਾਡੇ ਵਿਹੜੇ ਕਿਸ ਤਰ੍ਹਾਂ ਦੇ ਸਖਤ ਮੌਸਮ ਆ ਗਏ ਕਿ ਘਰ 'ਚ ਲੱਗੇ ਪੜਦਿਆਂ ਦੇ ਫੁੱਲ ਵੀ ਕਮਲਾ ਗਏ। ਬਹੁਤ ਹੀ ਖੂਬ। ਮੈਨੂੰ ਤਾਂ ਇੰਝ ਲੱਗ ਰਿਹਾ ਜਿਵੇਂ ਉਹ ਸਾਰੀ ਚੀਜ਼, ਕਿਉਂਕਿ ਤੁਸੀਂ ਮੈਨੂੰ ਦੱਸ ਚੁੱਕੇ ਹੋ ਪਹਿਲਾਂ ਉਹ ਸਮਾਂ ਕਿੱਦਾਂ ਦਾ ਨਿਕਲਿਆ ਹੋਵੇਗਾ, ਯਕੀਨਨ ਤੇ ਉਹ ਇੱਦਾਂ ਬੀਤ ਰਿਹਾ ਸੀ ਜਿਵੇਂ ਆਪਣੇ ਉੱਪਰ ਹੀ ਉਹ ਚੀਜ਼ ਚੱਲ ਰਹੀ ਹੋਵੇ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ, ਜਿਵੇਂ ਪਹਿਲਾਂ ਵੀ ਮੈਂ ਦੱਸਿਆ ਕਿ 5 ਕਿਤਾਬਾਂ ਜਿਹੜੀਆਂ ਨੇ ਉਹ ਹੁਣ ਤੱਕ ਸਾਡੇ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਨੇ। ਔਰ ਜਿਹੜੀਆਂ 5 ਕਿਤਾਬਾਂ ਨੇ ਉਹ ਗਜ਼ਲਾਂ ਦੀਆਂ ਹੀ ਕਿਤਾਬਾਂ ਨੇ। ਔਰ ਉਹਦੇ ਨਾਲ ਨਾਲ ਜੇਕਰ ਮੈਂ ਗੱਲ ਕਵਾਂ, ਔਰ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਬਹੁਤ ਇੱਕ ਅੱਛਾ ਮੁਕਾਮ ਹੈ, ਇੱਕ ਅੱਛਾ ਨਾਮ ਹੈ। ਦੇਵ ਜੀ, ਕਿਉਂਕਿ ਤੁਸੀਂ ਇੱਕ ਸਕੂਲ ਵੀ ਚਲਾਉਂਦੇ ਪਏ ਹੋ ਜਿਹਦੇ ਵਿੱਚ 3500 ਦੇ ਕਰੀਬ ਬੱਚੇ ਨੇ, ਔਰ ਉਹਦੇ ਨਾਲ ਨਾਲ ਬੱਚਿਆਂ ਨੂੰ ਇੱਕ ਚੰਗੀ, ਅੱਜ ਦਾ ਜਿਹੜਾ ਸਾਡਾ ਸਮਾਜ ਹੈ, ਤੁਹਾਨੂੰ ਲੱਗਦਾ ਹੈ ਕਿ ਸਕੂਲਾਂ ਦੇ ਵਿੱਚ, ਕਿਉਂਕਿ ਤੁਸੀਂ ਆਪ ਪ੍ਰਿੰਸੀਪਲ ਚਾਹੇ ਤੁਸੀਂ ਰੱਖੇ ਨੇ, ਪਰ ਆਪ ਤੁਸੀਂ ਇਸ ਦੇ ਮੋਢੀ ਕਹਿ ਸਕਦੇ ਹਾਂ ਅਸੀਂ, ਸਾਡੇ ਸਕੂਲ ਜਿਹੜੇ ਨੇ, ਸਾਡੇ ਜਿਹੜੇ ਪੰਜਾਬੀ ਸਕੂਲ ਹੈ, ਖਾਸ ਤੌਰ ਤੇ ਪੰਜਾਬ ਦੇ ਵਿੱਚ ਪੰਜਾਬੀ ਤੋਂ ਨਿਖੜਦੇ ਨਜ਼ਰ ਨਹੀਂ ਆ ਰਹੇ ਤੁਹਾਨੂੰ? ਅਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਨਿਖੜਦੇ ਨਜ਼ਰ ਆ ਰਹੇ ਹਾਂ। ਮੈਂ ਕਿਉਂਕਿ ਸਕੂਲ ਚਲਾ ਰਿਹਾ ਤੇ ਬਹੁਤ ਸਾਰੇ ਉਹ ਭੇਦ ਜਿਹੜੇ ਅਸੀਂ ਲੋਕਾਂ ਨਾਲ ਸਾਂਝੇ ਨਹੀਂ ਕਰ ਸਕਦੇ, ਮੈਂ ਉਹਨਾਂ ਤੋਂ ਵਾਕਿਫ ਹਾਂ। ਪਹਿਲੀ ਗੱਲ ਇਹ ਕਿ ਜਿਹੜਾ ਯੂਨੈਸਕੋ ਨੇ ਇਹ ਫਿਕਰ ਜ਼ਾਹਿਰ ਕੀਤਾ ਸੀਗਾ ਕਿ 50 ਸਾਲਾਂ ਦੇ ਬਾਅਦ ਪੰਜਾਬੀ ਖਤਮ ਹੋ ਜਾਏਗੀ, ਅਸੀਂ ਉਹਦੇ ਤੇ ਕੰਮ ਵੀ ਸ਼ੁਰੂ ਕੀਤਾ। ਮੈਂ ਇਹ ਗੱਲ ਸਮਝਦਾ ਸੀ ਕਿ ਅਸੀਂ ਆਪਣਾ ਆਪਣਾ ਯੋਗਦਾਨ ਪਾਈਏ ਕਿ ਇਸ ਗੱਲ ਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈ। ਮੈਂ ਆਤਮ ਪਬਲਿਕ ਸਕੂਲ ਦੇ ਵਿੱਚ ਇੱਕ ਕੰਮ ਸੋਚ ਸਮਝ ਕੇ ਕਰਦਾ ਕਿ ਮੈਂ 1000 ਕਾਤਿਬ 1 ਸਾਲ ਦਾ ਤਿਆਰ ਕਰਦਾ। ਕਾਤਿਬ ਦਾ ਮਤਲਬ ਹੈ ਕਿ ਉਹ ਲੋਕ ਜਿਨ੍ਹਾਂ ਦੀ ਹੈਂਡ ਰਾਈਟਿੰਗ ਬਹੁਤ ਅੱਛੀ ਹੈ। ਜਿਹੜੀ ਤੁਸੀਂ ਇਹ ਫਿਕਰ ਵਾਲੀ ਗੱਲ ਕੀਤੀ ਕਿ ਪੰਜਾਬੀ ਵਾਲੀ, ਮੈਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਕਰਾਂਗਾ ਕਿ ਜਿਹੜੀਆਂ ਸਰਕਾਰਾਂ ਸਕੂਲਾਂ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਰਹੀਆਂ ਨੇ, ਸਭ ਤੋਂ ਖਤਰਨਾਕ ਵਰਤਾਰਾ ਉਹ ਹੈ ਕਿ ਇੰਗਲਿਸ਼ ਮੀਡੀਅਮ ਸਕੂਲ ਖੋਲ੍ਹੇ ਜਾ ਰਹੇ ਨੇ, ਹਿੰਦੀ ਮੀਡੀਅਮ ਸਕੂਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਪੰਜਾਬੀ ਮੀਡੀਅਮ ਸਕੂਲ ਬਣਾਏ ਜਾ ਰਹੇ, ਪਬਲਿਕ ਸਕੂਲ ਕਹੇ ਜਾ ਰਹੇ ਨੇ ਜਾਂ ਸਰਕਾਰੀ ਸਕੂਲ ਕਹੇ ਜਾ ਰਹੇ ਨੇ। ਮੈਨੂੰ ਇਹ ਗੱਲਾਂ ਬਹੁਤ ਬੁਰੀਆਂ ਲੱਗਦੀਆਂ। ਬੀਇੰਗ ਅ ਰਾਈਟਰ, ਮੈਨੂੰ ਇੱਕ ਗੱਲ ਦਾ ਪਤਾ ਹੈ ਕਿ ਜੇਕਰ ਬੱਚੇ ਨੂੰ ਜਿਹੜੀਆਂ ਸਾਡੇ ਲਾਗੇ ਲਾਗੇ ਭਾਸ਼ਾਵਾਂ ਨੇ, 3 ਭਾਸ਼ਾਵਾਂ ਨਹੀਂ ਆਉਂਦੀਆਂ ਤੇ ਕਦੀ ਵੀ ਉਹਦਾ ਸਰਬਪੱਖੀ ਵਿਕਾਸ ਨਹੀਂ ਹੋ ਸਕਦਾ। ਜਿਹੜੇ ਬੱਚੇ IAS PCS ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ IAS ਦੇ PCS ਦੇ ਪੇਪਰ ਦੇਣੇ ਤੇ ਪੰਜਾਬੀ ਦੇ ਕਿੰਨੇ ਮਾਰਕਸ ਨੇ ਉਸ ਪੇਪਰ ਦੇ ਵਿੱਚ, ਹਿਸਟਰੀ ਦੇ ਕਿੰਨੇ ਮਾਰਕਸ ਨੇ, ਆਰਕੀਓਲੋਜੀ ਦੇ ਕਿੰਨੇ ਮਾਰਕਸ ਨੇ। ਉਹਨਾਂ ਸਾਰਿਆਂ ਦਾ ਨਤੀਜਾ ਇਹ ਹੈ ਕਿ ਪਹਿਲੀ ਗੱਲ ਕਿ ਸਾਨੂੰ ਭਾਸ਼ਾ ਦੇ ਆਧਾਰ ਤੇ ਸਕੂਲ ਨਹੀਂ ਵੰਡਣੇ ਚਾਹੀਦੇ। ਮੈਂ ਆਪਣੇ ਸਕੂਲ ਦੇ ਵਿੱਚ ਸੁਚੇਤ ਹੋ ਕੇ 3 ਲੈਂਗੁਏਜ ਨੂੰ ਬਰਾਬਰ ਲੈ ਕੇ ਚੱਲਦਾ, ਬਰਾਬਰ ਪ੍ਰਮੋਟ ਕਰਦਾ, ਔਰ 1000 ਬੱਚੇ ਦਾ ਕੰਪੀਟੀਸ਼ਨ ਸ਼ੁਰੂ ਕਰਾਉਣਾ ਹਰ ਸਾਲ, ਜਿਹਦੇ ਵਿੱਚ ਉਹਨੇ ਹਰ ਭਾਸ਼ਾ ਦੇ ਵਿੱਚ ਇੱਕ ਆਰਟੀਕਲ ਬੋਲਣਾ ਜਿਹਦੀ 3 ਮਿੰਟ ਤੋਂ ਲੈ ਕੇ 5 ਮਿੰਟ ਲੰਬਾ ਹੋਏਗਾ। ਸਬਜੈਕਟ ਅਲੱਗ-ਅਲੱਗ ਹੋਣਗੇ ਤੇ ਇੱਕ ਉਹਨੇ ਕੀ ਕੰਮ ਕਰਨਾ ਹੈ ਕਿ 3 ਭਾਸ਼ਾਵਾਂ ਦੇ ਵਿੱਚ ਇੱਕ ਪੇਪਰ ਲਿਖਣਾ ਕੈਲੀਗ੍ਰਾਫੀ ਨੂੰ ਲੈ ਕੇ। ਜਦੋਂ ਉਹ 3 ਭਾਸ਼ਾਵਾਂ ਦੇ ਵਿੱਚ ਇੱਕ ਪੇਜ ਲਿਖੇਗਾ ਤੇ ਉਹਨਾਂ ਦੀ ਹੈਂਡ ਰਾਈਟਿੰਗ ਬਾ ਕਮਾਲ ਹੁੰਦੀ। ਹੈਂਡ ਰਾਈਟਿੰਗ ਸਾਡਾ ਗਹਿਣਾ ਹੈ ਤੇ ਇਸ ਕਰਕੇ ਮੈਂ ਕੀ ਕਰਦਾ ਕਿ ਉਹਨਾਂ ਨੂੰ ਫੋਰਨ ਟੂਰ ਦੇਣਾ ਹੈ। 3 ਬੱਚਿਆਂ ਨੂੰ ਤੇ 2 ਟੀਚਰਾਂ ਨੂੰ ਮੈਂ ਹਰ ਸਾਲ ਆਪਣੀ ਪੈਨਸ਼ਨ ਦੇ ਵਿੱਚੋਂ ਮੈਂ ਆਪਣੀ ਸਾਰੀ ਪੈਨਸ਼ਨ ਉਹਨਾਂ ਬੱਚਿਆਂ ਨੂੰ ਦੇ ਦੇਣਾ, ਜਿੰਨੀ ਪੂਰੇ ਸਾਲ ਦੀ ਪੈਨਸ਼ਨ ਹੈ, ਕਿਉਂਕਿ ਮੇਰਾ ਕੋਈ ਖਰਚਾ ਨਹੀਂ ਹੈ। ਮੈਂ ਜੇ ਸਕੂਲ ਚਲਾਉਣਾ ਤੇ ਮੈਂ ਇਸ ਗੱਲ ਦਾ ਧਾਰਨੀ ਹੈ, ਉਹ ਕਹਿੰਦੇ ਹੁੰਦੇ ਨਾ ਕਿ ਆਰਜ਼ੂ ਲੈ ਕੇ ਕੋਈ ਘਰ ਸੇ ਨਿਕਲਤੇ ਕਿਉਂ ਹੋ, पांव जलते हैं तो फिर आग पे चलते क्यों हो। मैं जो स्कूल चलाना तो मैं पूर्ण तपस्या के नाल स्कूल चलाना। मैं अगर बच्चों को कहना कि मैं शराब ना पीओ तो मैं शराब पींदा होवांगा
ਤੇ ਮੈਂ ਝੂਠ ਬੋਲ ਕੇ ਬੱਚਿਆਂ ਨੂੰ ਕਹਾਂਗਾ ਸ਼ਰਾਬ ਤੁਸੀਂ ਨਹੀਂ ਪੀਣੀ, ਮੈਂ ਭਾਵੇਂ 1000 ਵਾਰ ਉਹਨਾਂ ਨੂੰ ਕਹਾਂ, ਮੇਰੇ ਕਹਿਣ 'ਚ ਕਦੀ ਅਸਰ ਨਹੀਂ ਹੋਏਗਾ। ਮੈਂ ਮਿਹਨਤੀ ਹਾਂ, ਇਸ ਕਰਕੇ ਮੈਂ ਬੱਚਿਆਂ ਨੂੰ ਪ੍ਰੇਰਦਾ, ਬਾਰ-ਬਾਰ ਪ੍ਰੇਰਦਾ ਕਿ ਤੁਸੀਂ ਮਿਹਨਤ ਕਰੋ। ਮੈਨੂੰ ਪਤਾ ਕਿ ਮੈਂ ਕਹਾਂਗਾ ਤੇ ਉਹਨਾਂ ਤੇ ਅਸਰ ਜ਼ਰੂਰ ਹੋਏਗਾ। ਮੈਨੂੰ ਪੰਜਾਬੀ ਆਉਂਦੀ ਹੈ, ਮੈਨੂੰ ਭਾਸ਼ਾਵਾਂ ਆਉਂਦੀਆਂ, ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਔਰ ਉਹਨਾਂ ਨੂੰ ਮੈਂ ਕਾਤਿਬ ਬਣਾਉਣਾ, ਮੈਂ ਉਹਨਾਂ ਨੂੰ ਖੁਦ ਕੈਲੀਗ੍ਰਾਫੀ ਸਿਖਾਉਣਾ। ਔਰ ਕਿੰਨੀ ਵਧੀਆ ਗੱਲ ਹੈ ਕਿ ਤੁਸੀਂ ਸਾਰੀ ਦੀ ਸਾਰੀ ਆਪਣੀ ਪੈਨਸ਼ਨ ਜਿਹੜੀ ਬੱਚਿਆਂ ਨੂੰ ਦੇ ਰਹੇ ਹੋ, ਬੱਚੇ ਉਹਦੇ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਤੇ ਉਹ ਵਧੀਆ ਕਾਰਜਾਂ ਨਾਲ ਜੁੜਦੇ ਨੇ, ਬਹੁਤ ਇਮਾਨਦਾਰੀ ਵਾਲੇ ਕੰਮ ਕਰਦੇ ਨੇ। ਮੈਂ ਆਪਣੇ ਸਕੂਲ ਦੇ ਵਿੱਚ ਇੱਕ ਕੰਟੀਨ ਚਲਾਉਣਾ ਤੇ ਉਸ ਕੰਟੀਨ ਦੇ ਵਿੱਚ ਅਸੀਂ ਟੇਬਲਾਂ ਦੇ ਉੱਤੇ ਸਮਾਨ ਰੱਖ ਦਿੰਦੇ ਹਾਂ। 5 ਰੁਪਏ ਦਾ ਟੇਬਲ ਹੈ, 10 ਰੁਪਏ ਦਾ ਟੇਬਲ ਹੈ, 15 ਰੁਪਏ, 20 ਰੁਪਏ, 25 ਰੁਪਏ, ਇਸ ਹੱਦ ਤੱਕ ਟੇਬਲਾਂ ਤੇ ਸਮਾਨ ਪਿਆ ਹੋਇਆ। ਲੇਕਿਨ ਉਸ ਦਿਨ ਗਰਾਊਂਡ ਦੇ ਵਿੱਚ ਜਾਂ ਟੇਬਲ ਹੋਣਗੇ, ਟੇਬਲਾਂ ਦੇ ਉੱਤੇ ਖਾਣ ਪੀਣ ਦਾ ਸਮਾਨ ਲੱਗਾ ਹੋਏਗਾ ਜਾਂ ਬੱਚੇ ਹੋਣਗੇ, ਨਾ ਕੈਮਰਾ ਹੋਏਗਾ, ਨਾ ਕੋਈ ਟੀਚਰ ਹੋਏਗਾ, ਹੈ ਨਾ। ਅਸੀਂ ਉਹਨੂੰ ਇੱਕ ਲੈਬ ਬਣਾ ਦਿੱਤਾ। ਬੱਚੇ ਆਉਣਗੇ, 10 ਰੁਪਏ ਦੀ ਚੀਜ਼ ਖਰੀਦਣਗੇ, 20 ਦਾ ਨੋਟ ਰੱਖਣਗੇ, 10 ਰੁਪਏ ਉੱਥੋਂ ਚੁੱਕ ਲੈਣਗੇ। 100 ਰੁਪਇਆ ਰੱਖਣਗੇ, 20 ਰੁਪਏ ਦੀ ਚੀਜ਼ ਖਰੀਦਣਗੇ, 80 ਰੁਪਏ ਉੱਥੋਂ ਵਾਪਸ ਲੈ ਲੈਣਗੇ। ਲੇਕਿਨ ਕੋਈ ਬੱਚਾ ਚੋਰੀ ਨਹੀਂ ਕਰਦਾ, ਇਮਾਨਦਾਰੀ ਦੇ ਨਾਲ। ਅਸੀਂ ਬੱਚਿਆਂ ਤੇ ਵਿਸ਼ਵਾਸ ਨਹੀਂ ਕਰਦੇ। ਅਸੀਂ ਫਸਟ ਆਫ ਆਲ ਵਿਸ਼ਵਾਸ ਕਰਾਂਗੇ ਤੇ ਫਿਰ ਬੱਚੇ ਵੀ ਜਿਹੜੇ ਹੈ ਉਹ ਸਾਡੇ ਤੇ ਵਿਸ਼ਵਾਸ ਕਰਨਗੇ, ਆਪਣੇ ਆਪ ਤੇ ਵਿਸ਼ਵਾਸ ਕਰਨਾ ਉਹਨਾਂ ਨੂੰ ਆਏਗਾ। ਮੈਂ ਇਸ ਤਰ੍ਹਾਂ ਦੇ ਸਕੂਲ ਦੇ ਵਿੱਚ ਕਾਰਜ ਕਰਦਾ ਹਾਂ ਜਿਹੜੇ ਨਵੇਕਲੇ ਨੇ, ਵੱਖਰੇ ਨੇ, ਕਿਉਂਕਿ ਮੈਂ ਬਹੁਤ ਗੁਰਬਤ ਚੋਂ ਨਿਕਲ ਕੇ ਇੱਥੋਂ ਤੱਕ ਆਇਆ। ਮੈਂ ਇਸ ਗੱਲ ਦੀ ਇੰਪੋਰਟੈਂਸ ਸਮਝਦਾ ਕਿ ਜਿਹੜਾ ਸਮਾਂ ਹੈਗਾ ਉਹਨੂੰ ਰੀਕਾਲ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੈਂ ਬੱਚਿਆਂ ਨੂੰ ਵਾਰ-ਵਾਰ ਦੱਸਦਾ ਕਿ ਮਿਹਨਤ ਕਰੋ। ਦੂਸਰਾ, ਮੇਰੇ ਸਕੂਲ ਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਹੈ। ਉਹ ਗੱਲ ਇਹ ਹੈ ਕਿ ਮੈਂ ਕਿਸੇ ਤਰ੍ਹਾਂ ਦੀ ਕਮਿਸ਼ਨ ਨਹੀਂ ਲੈਂਦਾ। ਔਰ ਸ਼ਾਇਦ ਮੈਨੂੰ ਮਾਣ ਹੈ ਕਿ ਮੈਂ ਅੰਮ੍ਰਿਤਸਰ 'ਚ ਪਹਿਲਾ ਸਕੂਲ ਹੋਵਾਂਗਾ। ਜੇ ਇਹਦਾ ਘੇਰਾ ਵਸੀਹ ਕਰ ਲਓ ਤਾਂ ਮੈਂ ਪੰਜਾਬ 'ਚ ਹੋ ਸਕਦਾ ਕਿ ਪਹਿਲਾ ਸਕੂਲ ਹੋਵਾਂ ਜਿਹੜਾ ਫਰਜ਼ ਕਰੋ ਬੱਚਿਆਂ ਦੀ ਯੂਨੀਫਾਰਮ ਲੈਣੀ ਹੈ। ਹਰ ਸਕੂਲ ਬੂਟ ਦਿੱਤੇ ਨੇ, ਵਿੱਚ ਕਮਿਸ਼ਨ ਆਪਣੀ ਹੈ, ਯੂਨੀਫਾਰਮ ਦਿੱਤੀ ਹੈ, ਆਪਣੀ ਕਮਿਸ਼ਨ। ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ। ਮੈਂ ਬੱਚਿਆਂ ਕੋਲੋਂ ਫੀਸ ਲੈਣਾ, ਮੇਰੀ ਪੋਤਰੀ ਪੜ੍ਹਦੀ ਹੈ, ਮੈਂ ਉਹਦੇ ਕੋਲੋਂ ਵੀ ਫੀਸ ਲੈਣਾ, ਹੈ ਨਾ। ਮੇਰਾ ਅਧਿਕਾਰ ਬਣਦਾ ਉਹਦੇ ਕੋਲ ਫੀਸ ਲਵਾਂ, ਰਾਈਟ, ਭਾਵੇਂ ਮੈਂ ਹੀ ਦੇਣੇ ਨੇ ਪੈਸੇ, ਪਰ ਮੈਂ ਲੈਣਾ। ਮੈਂ ਕਿਸੇ ਨਾਲ ਫੀਸ ਨਾਲ ਸਮਝੌਤਾ ਨਹੀਂ ਕਰਦਾ। ਲੇਕਿਨ ਇਸ ਤੋਂ ਉਲਟ ਜਿਹੜੇ ਅਸਿੱਧੇ ਤਰੀਕੇ ਨੇ ਮੈਂ ਉਹ ਅਡਾਪਟ ਨਹੀਂ ਕਦੀ ਕਰਦਾ ਕਿ ਮੈਂ ਬੱਚਾ ਆਇਆ, ਪੇਰੈਂਟਸ ਨੇ ਬੱਚਾ ਦਾਖਲ ਕਰਾਇਆ, ਮੈਂ ਉਹਨੂੰ ਗਲੇ ਨਾਲ ਲਗਾਉਣਾ ਕਿ ਮੇਰਾ ਬੱਚਾ ਹੈ, ਲੇਕਿਨ ਉਸੇ ਵੇਲੇ ਮੈਂ ਉਹਦੀ ਜੇਬ ਕੱਟ ਲਵਾਂ ਤੇ ਫਿਰ ਮੈਂ ਟੀਚਰ ਨਹੀਂ ਹੈਗਾ। ਮੈਂ ਇਹ ਕੰਮ ਨਹੀਂ ਕਰਦਾ ਤੇ ਲੋਕ ਇਸ ਗੱਲ ਦੀ ਪ੍ਰਸ਼ੰਸਾ ਵੀ ਕਰਦੇ ਆ। ਔਰ ਸਕੂਲਾਂ ਵਾਲਿਆਂ ਨੂੰ ਇਹ ਗੱਲ ਅਡਾਪਟ ਵੀ ਕਰਨੀ ਚਾਹੀਦੀ ਹੈ ਕਿ ਬਈ ਤੁਸੀਂ ਪੈਸੇ ਲਵੋ, ਜਿੰਨੀ ਤੁਹਾਨੂੰ ਜ਼ਰੂਰਤ ਹੈ, ਪੇਰੈਂਟਸ ਕੋਲੋਂ ਪੈਸੇ ਲਵੋ, ਲੇਕਿਨ ਇਹਨਾਂ ਗੱਲਾਂ ਤੋਂ ਸਕੂਲਾਂ ਵਾਲਿਆਂ ਨੂੰ ਮੁਕਤ ਹੋ ਜਾਣਾ ਚਾਹੀਦਾ। ਸਰ, ਅਸੀਂ ਦੇਖਦੇ ਹਾਂ ਕਿ ਕਹਿੰਦੇ ਨੇ ਕਿ ਮਾਂ ਬੋਲੀ ਜੇ ਭੁੱਲ ਜਾਵੋਗੇ ਤੇ ਕੱਖਾਂ ਵਾਂਗੂ ਰੁਲ ਜਾਓਗੇ, ਹਨਾ। ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ, ਮੋਤੀਆਂ ਦੀ ਖਾਣ ਸਾਡੀ, ਇਹੋ ਜਿੰਦ ਜਾਨ ਸਾਡੀ। ਪੰਜਾਬੀ ਬੋਲੀ ਦੀ ਅਸੀਂ ਕਿੰਨੀ ਕੁ ਕਦਰ ਕਰਦੇ ਪਏ ਹਾਂ, ਕਿਉਂਕਿ ਅਕਸਰ ਅਸੀਂ ਕਹਿੰਦੇ ਹਾਂ ਕਿ ਸਾਡੀ ਮਾਂ ਬੋਲੀ, ਬਾਕੀ ਭਾਸ਼ਾਵਾਂ ਨੂੰ ਸਿੱਖਣਾ ਹੈ ਨਾ ਜੇਕਰ, ਤਾਂ ਪਹਿਲਾਂ ਮਾਂ ਨੂੰ ਨਾ ਵਿਸਾਰੋ। ਮਾਂ ਦੀ ਦਿੱਤੀ ਹੋਈ ਜਿਹੜੀ ਦਾਤ ਹੈ, ਮਾਂ ਦੀ ਦਿੱਤੀ ਹੋਈ ਜਿਹੜੀ ਭਾਸ਼ਾ ਹੈ, ਉਹਨੂੰ ਸਿੱਖ ਕੇ ਕਹਿੰਦੇ ਅਸੀਂ ਬਾਕੀ ਭਾਸ਼ਾਵਾਂ ਨੂੰ ਜਲਦੀ ਸਿੱਖ ਲੈਂਦੇ ਹਾਂ। ਤੇ ਜੇ ਅਸੀਂ ਪਹਿਲਾਂ ਹੀ ਬਾਹਰ ਦੀ ਭਾਸ਼ਾ ਨੂੰ ਪਹਿਲ ਦਿਆਂਗੇ ਤਾਂ ਫਿਰ ਅਸੀਂ ਸਾਡੀ ਜਿਹੜੀ ਆਪਣੀ ਮਾਂ ਬੋਲੀ ਆ ਉਹਨੂੰ ਅਸੀਂ ਵਿਸਾਰ ਦਿੰਦੇ ਹਾਂ। ਕੀ ਕਹੋਗੇ ਤੁਸੀਂ ਇਹਦੇ ਬਾਰੇ ਕਿ ਸਾਡਾ ਸਮਾਜ ਇਸ ਚੀਜ਼ ਨੂੰ ਮੰਨਦਾ ਪਿਆ? ਮੇਰਾ ਇੱਕ ਆਪਣਾ ਸ਼ੇਰ ਹੈ ਕਿ ਜੇ ਤੂੰ ਚਾਹੇ ਘਰ ਖੁਸ਼ਹਾਲ ਪੰਜਾਬੀ ਦਾ, ਜੇ ਤੂੰ ਚਾਹੇ ਘਰ ਖੁਸ਼ਹਾਲ ਪੰਜਾਬੀ ਦਾ, ਅੰਦਰ ਬਾਹਰ ਦੀਵਾ ਬਾਲ ਪੰਜਾਬੀ ਦਾ। ਸਭ ਤੋਂ ਪਹਿਲਾਂ ਆਪਣੇ ਅੰਦਰ ਬਾਲ। ਤੇ ਜਦੋਂ ਮੈਂ ਇਹ ਸ਼ੇਰ ਜਦੋਂ ਅਟਾਰੀ ਪੜ੍ਹਾਉਂਦਾ ਸੀ ਤੇ ਆਪਣੇ ਸਕੂਲ ਦੀ ਦੀਵਾਰ 'ਤੇ ਲਿਖ ਰਿਹਾ ਸੀ, ਤੇ ਸਾਡੇ ਪੰਜਾਬੀ ਦਾ ਬੜਾ ਸਮਰੱਥ ਗਜ਼ਲਕਾਰ ਸੁਭਾਸ਼ ਮੇਰੇ ਕੋਲ ਉੱਥੇ ਆਇਆ, ਕਹਿੰਦਾ ਵੀ ਯਾਰ ਸ਼ੇਰ ਬੜੇ ਕਮਾਲ ਦਾ ਹੈਗਾ। ਤੇ ਮੈਂ ਕਿਹਾ ਹਾਂ ਸ਼ੇਰ, ਕਹਿੰਦਾ ਗਜ਼ਲ ਕਰ ਲਈ ਕੰਪਲੀਟ? ਮੈਂ ਕਿਹਾ ਨਹੀਂ। ਕਹਿੰਦਾ ਇਹ ਸ਼ੇਰ ਮੈਨੂੰ ਦੇ ਦੇ ਤੇ ਮੈਂ ਗਜ਼ਲ ਪੂਰੀ ਕਰ ਲਵਾਂ। ਤੇ ਸੁਭਾਸ਼ ਨੇ ਗਜ਼ਲ ਕੰਪਲੀਟ ਕੀਤੀ ਤੇ ਉਹਦੀ ਕਿਤਾਬ ਦੇ ਪਿਛਲੇ ਪਾਸੇ ਛਾਪੀ ਗਈ। ਸਾਡਾ ਇੰਨਾ ਪਿਆਰ ਸੀਗਾ। ਮੈਂ ਇਹ ਗੱਲ ਕਹਿਣਾ ਕਿ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਹੈ ਇਹ ਕੰਪਲੀਟ ਲੈਂਗੁਏਜ ਹੈ। ਸਾਡੇ ਸਿਰਫ ਇੰਨਾ ਸਾਡੇ ਮਨ ਦੇ ਵਿੱਚ ਇੱਕ ਦੁਖਾਂਤ ਮੈਂ ਕਿਹਾ ਜਾ ਸਕਦਾ ਕਿ ਪੰਜਾਬ ਵਾਸਤੇ ਵੱਡਾ ਦੁਖਾਂਤ ਹੈ ਕਿ ਜਿਹੜੀ ਚੀਜ਼ ਦੂਰ ਪਈ ਹੋਈ ਹੈ ਉਹ ਸਾਨੂੰ ਚੰਗੀ ਲੱਗਦੀ ਹੈ, ਜਿਹੜੀ ਸਾਡੀ ਆਪਣੀ ਹੈ, ਜਿਹੜੀ ਸਾਡੇ ਕੋਲ ਹੈ, ਉਹ ਚੀਜ਼ ਸਾਨੂੰ ਬੁਰੀ ਲੱਗਦੀ ਹੈ। ਇਹੋ ਵਰਤਾਰਾ ਭਾਸ਼ਾ ਨਾਲ ਵੀ ਹੈ ਕਿ ਪੰਜਾਬੀ ਸਾਡੀ ਆਪਣੀ ਹੈ,
ਕਹਿੰਦੇ ਨੇ ਕਿ ਮਾਂ ਜਿਹੜੀ ਆ ਉਹ ਸਾਡੀ ਫਸਟ ਟੀਚਰ ਹੁੰਦੀ ਹੈ। ਹੁਣ ਮਾਂ ਨੇ ਸਾਨੂੰ ਸਾਰਾ ਕੁਝ ਸਿਖਾਉਣਾ ਹੈ ਬਚਪਨ ਤੋਂ ਲੈ ਕੇ ਪ੍ਰਵਾਨ ਚੜ੍ਹਨ ਤੱਕ। ਅਸੀਂ ਹੱਸਦੇ ਹਾਂ ਤੇ ਪੰਜਾਬੀ ਵਿੱਚ ਹੱਸਦੇ ਹਾਂ, ਅਸੀਂ ਗਾਉਂਦੇ ਹਾਂ ਤੇ ਪੰਜਾਬੀ ਵਿੱਚ ਗਾਉਂਦੇ ਹਾਂ, ਅਸੀਂ ਬੋਲੀਆਂ ਪਾਉਂਦੇ ਹਾਂ ਪੰਜਾਬੀ 'ਚ ਪਾਉਂਦੇ ਹਾਂ, ਰੋਂਦੇ ਹਾਂ ਤੇ ਪੰਜਾਬੀ 'ਚ ਭੁੱਬਾਂ ਮਾਰ ਮਾਰ ਕੇ ਰੋਂਦੇ, ਤੇ ਫਿਰ ਵਿਚਕਾਰ ਦੂਸਰੀਆਂ ਲੈਂਗੁਏਜ ਕਿੱਥੇ ਨੇ? ਕਦੀ ਕੋਈ ਬੰਦਾ ਦਿਖਾਓ ਜਿਹੜਾ ਅੰਗਰੇਜ਼ੀ ਵਿੱਚ ਰੋਂਦਾ ਹੋਵੇ, ਜਿਹੜਾ ਅੰਗਰੇਜ਼ੀ 'ਚ ਸੌਂਗ ਬੋਲੀ ਜਾਂਦਾ ਹੋਵੇ, ਹੈ ਨਾ? ਇਸ ਤਰ੍ਹਾਂ ਨਹੀਂ ਹੈਗਾ। ਸਾਡੇ ਡਿਊਲ ਕਰੈਕਟਰ ਹੈ। ਮੈਂ ਸਮਝਦਾ ਕਿ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਦੇ ਵਿੱਚ ਜੇਕਰ ਪੰਜਾਬੀ ਮਾਂ ਬੋਲੀ ਦੇ ਪੁੱਤ ਨਹੀਂ ਵਰਤਣਗੇ ਜਾਂ ਸੰਭਾਲਣਗੇ ਤੇ ਕੀ ਤੁਸੀਂ ਆਸ ਕਰ ਸਕਦੇ ਹੋ ਕਦੀ ਬੰਗਲਾ ਵਾਲੇ ਸਾਡੀ ਪੰਜਾਬੀ ਦੀ ਰਖਵਾਲੀ ਕਰਨਗੇ? ਮੈਂ ਤੇ ਸਾਰੇ ਦਰਸ਼ਕਾਂ ਨੂੰ ਇਹ ਗੱਲ ਕਹਾਂਗਾ ਕਿ ਪੰਜਾਬੀ ਪੁੱਤ ਵਿਸ਼ਵ ਦੇ ਵਿੱਚ ਜਿੱਥੇ ਵੀ ਬੈਠੇ ਹੋਏ ਨੇ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਭਾਸ਼ਾ ਨੂੰ ਸੰਭਾਲ ਲੈਣ। ਤੇ ਜੇਕਰ ਭਾਸ਼ਾ ਤੁਹਾਡੇ ਕੋਲ ਨਾ ਸੰਭਾਲੀ ਗਈ ਤੇ ਸਭ ਤੋਂ ਪਹਿਲਾਂ ਸਾਡੀ ਵਿਰਾਸਤ ਸਾਡੇ ਕੋਲੋਂ ਖੁੱਸਣੀ ਹੈ ਕਿ ਜਿੰਨੇ ਵਿਰਾਸਤ ਦੇ ਵਿੱਚ ਜੋ ਕੁਝ ਪਿਆ ਹੋਇਆ ਉਹ ਸਾਡੇ ਤੋਂ ਖੁੱਸ ਜਾਣਾ, ਕਿਉਂਕਿ ਅਸੀਂ ਪੜ੍ਹ ਹੀ ਨਹੀਂ ਸਕਣਾ। ਸਾਨੂੰ ਆਪਣੇ ਕਲਚਰ ਦਾ ਕੀ ਪਤਾ ਲੱਗਣਾ, ਹੈ ਨਾ? ਕਲਚਰ ਦੇ ਨਾਲ ਇੱਕ ਚੀਜ਼ ਨਹੀਂ ਜੁੜੀ ਹੁੰਦੀ, ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ, ਉਹ ਸਾਰੀਆਂ ਤੋਂ ਅਸੀਂ ਵਾਂਝੇ ਹੋ ਜਾਵਾਂਗੇ। ਇਸੇ ਕਰਕੇ ਸੁਚੇਤ ਤੌਰ ਤੇ ਸਾਡੀ ਗੌਰਮੈਂਟ ਇਹ ਕੰਮ ਕਰ ਰਹੀ ਹੈ। ਮੈਂ ਟੀਵੀ ਦੇ ਸਾਹਮਣੇ ਬੈਠਾ ਕਹਿ ਰਿਹਾ ਕਿ ਇਹ ਗੌਰਮੈਂਟਾਂ ਦੇ ਸਰਕਾਰਾਂ ਦੇ ਛੜਯੰਤਰ ਹੁੰਦੇ ਆ ਕਿ ਕਿਸੇ ਸੂਬੇ ਦਾ ਘਾਣ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਉਹਦੇ ਕੋਲ ਭਾਸ਼ਾ ਖੋਲ ਲਵੋ। ਹਰ ਭਾਸ਼ਾ ਇੱਕ ਵਿਅਕਤੀ ਦਾ ਇੱਕ ਸਿਰ ਹੁੰਦੀ ਹੈ। ਮੈਂ ਤੇ ਇਹ ਕਹਿੰਦਾ ਕਿ ਸਾਨੂੰ ਨਾ ਸਿਰਫ ਪੰਜਾਬੀ ਆਉਣੀ ਚਾਹੀਦੀ ਹੈ ਬਲਕਿ ਦੇਵਨਾਗਰੀ ਵੀ ਆਉਣੀ ਚਾਹੀਦੀ ਹੈ, ਇੰਗਲਿਸ਼ ਵੀ ਆਉਣੀ ਚਾਹੀਦੀ ਹੈ, ਔਰ ਖਾਸ ਕਰਕੇ ਪਰਸ਼ੀਅਨ ਆਉਣੀ ਚਾਹੀਦੀ ਹੈ ਜਿਹੜੀ ਇਸ ਸਮੁੱਚੇ ਖਿੱਤੇ ਦੀ ਬੜੀ ਦੇਰ ਰਾਜ ਭਾਸ਼ਾ ਰਹੀ, ਹੈ ਨਾ? ਡਾਕਟਰ ਜਗਤਾਰ ਕਹਿੰਦੇ ਹੁੰਦੇ ਸੀਗੇ ਕਿ ਜੇਕਰ ਕਿਸੇ ਨੇ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਦਰਸ਼ਨ ਕਰਨੇ ਨੇ ਤੇ ਉਹਨੂੰ ਦੋ ਲੈਂਗੁਏਜ ਦਾ ਆਉਣਾ ਬਹੁਤ ਜ਼ਰੂਰੀ ਹੈ, ਇੱਕ ਪੰਜਾਬੀ ਔਰ ਦੂਸਰੀ ਪਰਸ਼ੀਅਨ ਔਰ ਇੱਕ ਸੰਸਕ੍ਰਿਤ, ਹੈ ਨਾ? ਇਹ ਭਾਸ਼ਾਵਾਂ ਜਿਹਨੂੰ ਨਹੀਂ ਆਉਂਦੀਆਂ ਉਹ ਸਾਡੀ ਸੰਸਕ੍ਰਿਤੀ ਦੇ ਦਰਸ਼ਨ ਨਹੀਂ ਕਰ ਸਕਦਾ। ਔਰ ਮੈਂ ਇਹਦੇ ਨਾਲ ਇੱਕ ਗੱਲ ਹੋਰ ਕਹਾਂਗੀ, ਤੁਸੀਂ ਬੰਗਲਾ ਦੀ ਗੱਲ ਕੀਤੀ, ਉਹ ਆਪਣੀ ਭਾਸ਼ਾ ਨੂੰ ਲੈ ਕੇ ਇੰਨੇ ਜ਼ਿਆਦਾ ਸੁਚੇਤ ਨੇ, ਸ਼ਾਇਦ ਪੰਜਾਬੀ ਵੀ ਨਹੀਂ ਹੈ। ਔਰ ਉਹਦੇ ਨਾਲ ਜੇਕਰ ਅਸੀਂ ਗੱਲ ਕਰੀਏ, ਅਸੀਂ ਪੰਜਾਬੀ ਮਾਂ ਬੋਲੀ ਦਾ ਪਹਿਰਾ ਦਿੰਦੇ ਬਹੁਤ ਸਾਰੇ ਇਹੋ ਜਿਹੇ ਲੋਕਾਂ ਦੀ ਜਿਹੜੇ ਆਪਣੇ ਆਪਣੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਮਾਂ ਬੋਲੀ ਦਾ ਜਿਹੜਾ ਮਾਰਚ ਕੱਢਦੇ ਨੇ। ਔਰ ਬੜੇ ਮਾਣ ਨਾਲ ਮੈਂ ਅੱਜ ਕਹਿ ਰਹੀ ਹਾਂ ਕਿ ਮੈਂ ਉਸ ਸ਼ਖਸੀਅਤ ਦੇ ਨਾਲ, ਉਸ ਮਹਾਨ ਹਸਤੀ ਦੇ ਨਾਲ ਬੈਠੀ ਹਾਂ ਜਿਹਨੇ ਇਹ ਹੰਬੜਾ ਮਾਰਿਆ। ਸਭ ਤੋਂ ਪਹਿਲਾਂ ਪੰਜਾਬੀ ਜਾਗਰਤੀ ਮਾਰਚ ਜਿਹੜਾ ਵਾ ਇਹਨਾਂ ਨੇ ਸ਼ੁਰੂ ਕੀਤਾ ਸੀ। ਅੱਜ ਮੈਂ ਉਸ ਹਸਤੀ ਦੇ ਕੋਲ ਬੈਠੀ ਹਾਂ ਔਰ ਉਸ ਤੋਂ ਬਾਅਦ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਬਾਕਮਾਲ ਹਸਤੀਆਂ ਨੇ ਜਿਹੜਾ ਅਸੀਂ ਪੰਜਾਬੀ ਮਾਰਚ ਕਰਨਾ ਸ਼ੁਰੂ ਕੀਤਾ। ਔਰ ਮੈਂ ਜਲੰਧਰ ਨੂੰ ਬਿਲੋਂਗ ਕਰਦੀ ਹਾਂ। ਜਲੰਧਰ ਵੀ ਜਿਵੇਂ ਦੀਪਕ ਬਾਲੀ, ਸਤਨਾਮ ਸਿੰਘ ਮਾਣਕ ਹੋਰੀ ਨੇ, ਉਹ ਵੀ ਕਰਦੇ ਨੇ, ਪਿਛਲੇ 8-9 ਸਾਲਾਂ ਤੋਂ ਕਰਦੇ ਪਏ ਨੇ। ਔਰ ਇਸ ਵੇਲੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਕਿ ਇੱਕ ਵਾਰ ਮੇਰੇ ਉੱਪਰ ਜਿਹੜੀ ਇੱਕ ਫੋਟੋ ਲੱਗੀ ਆ, ਕਿਉਂਕਿ ਜਦੋਂ ਮੈਂ ਇਸ ਕਮਰੇ ਦੇ ਵਿੱਚ ਵੜੀ ਨਾ ਤੇ ਮੇਰਾ ਧਿਆਨ ਸਿੱਧਾ ਉੱਪਰ ਗਿਆ ਔਰ ਗਦਰੀ ਬਾਬਿਆਂ ਦੀ ਜਿਹੜੀ ਫੋਟੋ, ਮੈਨੂੰ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਹ ਫੋਟੋ ਦੇਖੀ ਹੈ। ਮੈਂ ਜਿੰਨੀ ਵਾਰੀ ਵੀ ਗਦਰੀ ਬਾਬਿਆਂ ਦੀ ਫੋਟੋ ਦੇਖੀ ਹੈ ਉਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਖੜਿਆਂ ਦੀ ਫੋਟੋ ਦੇਖੀ ਹੈ। ਔਰ ਤੁਹਾਡੇ ਕੋਲ ਜਿਹੜੀ ਫੋਟੋ ਹੈ ਇਹ ਬੈਠਿਆਂ ਦੀ ਹੈ। ਇਹਦਾ ਇੱਕ ਆਪਣਾ ਇਤਿਹਾਸ ਹੈ। ਮੈਂ ਚਾਹਾਂਗੀ ਕਿ ਤੁਸੀਂ ਇਹਦਾ ਇਤਿਹਾਸ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ। ਮੈਂ ਇਹਨਾਂ ਦੋਨੋਂ ਫੋਟੋ ਦੀ ਗੱਲ ਕਰਦਾ ਜੀ। ਇਹ ਜਿਹੜੀਆਂ ਦੋ ਤਸਵੀਰਾਂ, ਇਹ 5 ਜਾਣੇ ਇੱਕ ਜਗ੍ਹਾ ਖੜੇ ਨੇ ਤੇ ਇੱਕ ਜਗ੍ਹਾ ਬੈਠੇ ਨੇ, ਲੇਕਿਨ ਇੱਕੋ ਪਲੇਟਫਾਰਮ ਦੇ ਉੱਤੇ। ਇਹ ਜਿਹੜੇ 1 ਨੰਬਰ ਤੇ ਸਰਦਾਰ ਜੀ ਬੈਠੇ ਹੋਏ ਨੇ, ਇਹਨਾਂ ਦਾ ਨਾਂ ਹੈ ਕਾਮਰੇਡ ਸੰਤਾ ਸਿੰਘ ਗੰਡੀਵਿੰਡ। ਸਾਡੇ ਲਾਗੇ ਹੀ ਇੱਥੇ ਪਿੰਡ ਹੈ ਗੰਡੀਵਿੰਡ ਬਲਾਕ, ਉੱਥੋਂ ਦੇ ਸੀਗੇ। ਜਿਹੜੇ ਦੂਸਰੇ ਨੰਬਰ ਤੇ ਨੇ ਕਾਲੀ ਦਾੜੀ ਵਾਲੇ ਸਰਦਾਰ ਜੀ, ਇਹਨਾਂ ਦਾ ਨਾਂ ਉਸ ਵੇਲੇ ਕਾਮਰੇਡ ਦਰਸ਼ਨ ਸਿੰਘ ਫੇਰੂਮਾਨ ਸੀ, ਜਿਹੜੇ ਬਾਅਦ ਵਿੱਚ ਅਕਾਲੀ ਲਹਿਰ ਨਾਲ ਜੁੜ ਗਏ, ਜਿਨ੍ਹਾਂ ਪੰਜਾਬੀ ਸੂਬੇ ਵਾਸਤੇ ਮਰਨ ਵਰਤ ਰੱਖਿਆ ਤੇ ਫਿਰ ਸ਼ਹਾਦਤ ਪ੍ਰਾਪਤ ਕੀਤੀ। ਫੇਰੂਮਾਨ ਇਹਨਾਂ ਦਾ ਪਿੰਡ ਸੀ, ਇਹਨਾਂ ਦੇ ਨਾਂ ਦੇ ਉੱਤੇ ਕਾਲਜ ਵੀ ਬਣਿਆ। ਤੇ ਇਹ ਦਰਸ਼ਨ ਸਿੰਘ ਫੇਰੂਮਾਨ ਨੇ 2 ਨੰਬਰ ਤੇ। ਜਿਹੜੇ 3 ਨੰਬਰ ਤੇ ਬੈਠੇ ਹੋਏ ਆ ਉਹ ਨੇ ਬਾਬਾ ਫੌਜਾ ਸਿੰਘ ਭੁੱਲਰ। ਸਾਡੇ ਚੁਗਾਵੇਂ ਦੇ ਲਾਗੇ ਇੱਕ ਪਿੰਡ ਹੈ ਭੁੱਲਰ, ਉੱਥੋਂ ਦੇ ਸੀਗੇ। 105 ਸਾਲ ਦੇ ਹੋ ਕੇ ਇਹ ਫੌਤ ਹੋਏ ਸੀ ਔਰ ਇਹ ਬਾਅਦ ਦੇ ਵਿੱਚ CPM ਦੇ ਵਿੱਚ ਆ ਗਏ ਸੀ, CPIM ਦੇ ਵਿੱਚ। ਬਾਬਾ ਫੌਜਾ ਸਿੰਘ ਭੁੱਲਰ। ਜਿਹੜੇ 4 ਨੰਬਰ ਤੇ ਬੈਠੇ ਹੋਏ ਆ ਸਰਦਾਰ ਜੀ, ਇਹ ਹਿੰਦੁਸਤਾਨ ਦੀ ਬਹੁਤ ਵੱਡੀ ਸ਼ਖਸੀਅਤ ਨੇ, ਬਾਬਾ ਸੋਹਣ ਸਿੰਘ ਭਕਨਾ। ਤੇ ਬਾਬਾ ਸੋਹਣ ਸਿੰਘ ਭਕਨਾ ਤੇ ਸਾਰੇ ਜਾਣਦੇ ਨੇ, ਲੇਕਿਨ ਕੁਝ ਚੀਜ਼ਾਂ ਇਹਨਾਂ ਬਾਰੇ ਵੀ ਲੋਕ ਅਜੇ ਨਹੀਂ ਜਾਣਦੇ।
ਪਹਿਲੀ ਗੱਲ ਹੈ ਕਿ ਜਿਹੜੀ ਅਖਬਾਰ ਇਹਨਾਂ ਨੇ ਕੱਢਣੀ ਸ਼ੁਰੂ ਕੀਤੀ ਸੀ ਅਮਰੀਕਾ ਤੋਂ, ਉਹ ਅਖਬਾਰ ਕੱਢ ਕੇ ਪੂਰੇ ਵਰਲਡ ਦੇ ਵਿੱਚ ਸਪਲਾਈ ਕਰਦੇ ਸੀ। ਗਦਰ, ਹਾਂ ਗਦਰ, ਹਾਂ ਉਹ ਸਾਰੇ ਉੱਥੇ ਸਪਲਾਈ ਕਰਦੇ ਸੀ। 100 ਏਕੜ ਪੈਲੀ ਸੀ ਇਹਨਾਂ ਦੀ ਭਕਨੇ ਪਿੰਡ ਦੇ ਵਿੱਚ, ਤੇ ਸਾਰੀ ਸਕੂਲ ਨੂੰ ਦਾਨ ਕਰ ਦਿੱਤੀ, ਲੋਕਾਂ ਨੂੰ ਦਾਨ ਕਰ ਦਿੱਤੀ, ਹੈ ਨਾ। ਇੰਨਾ ਵੱਡਾ ਇਤਿਹਾਸ, ਔਰ ਇਹਨਾਂ ਨੇ ਕੰਮ ਕੀਤਾ, ਹੈ ਨਾ। ਇਹਨਾਂ ਨੇ ਭਾਰਤ ਦਾ ਪਹਿਲਾ ਪ੍ਰਾਈਮ ਮਿਨਿਸਟਰ ਮੌਲਵੀ ਬਰਕਤੁੱਲਾ ਸਾਹਿਬ ਨੂੰ ਬਣਾਇਆ, ਤੇ ਮੌਲਵੀ ਬਰਕਤੁੱਲਾ ਸਾਹਿਬ ਨੇ 1922 ਤੋਂ ਲੈ ਕੇ 1936 ਤੱਕ 14 ਸਾਲ ਜਾਪਾਨ ਤੇ ਅਮਰੀਕਾ 'ਚ ਬੈਠ ਕੇ ਐਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ ਕੰਮ ਕੀਤਾ, ਜਿਹੜੀ ਹਿਸਟਰੀ ਸਾਡੇ ਕੋਲ ਲੁਕਾ ਲਈ ਗਈ। ਤੇ ਜਿਹੜੇ 5 ਨੰਬਰ ਤੇ ਬੈਠੇ ਹੋਏ ਨੇ, ਔਰ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਗੱਲ ਕਰਾਂਗੇ, ਇਹ ਬਾਅਦ ਵਿੱਚ ਕਿਸਾਨ ਯੂਨੀਅਨ ਵਿੱਚ ਆ ਗਏ ਸੀ, ਕਿਸਾਨੀ ਮੋਰਚਿਆਂ ਨਾਲ। ਔਰ ਇਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਲੱਕ ਕੁੱਬਾ ਹੋਇਆ ਉਹ ਆਜ਼ਾਦੀ ਨੇ ਨਹੀਂ ਕੀਤਾ, ਅੰਗਰੇਜ਼ਾਂ ਨੇ ਨਹੀਂ ਕੀਤਾ, ਮੇਰੀ ਆਪਣੀ ਸਰਕਾਰ ਨੇ ਕੀਤਾ। ਕਾਮਾਗਾਟਾ ਮਾਰੂ ਬਿਲਕੁਲ, ਉਹ ਵੀ ਜਿਹੜਾ ਸਾਰਾ ਇਹਨਾਂ ਦਾ ਹੀ ਗਰੁੱਪ ਸੀਗਾ ਨਾ, ਉਹ ਜਹਾਜ਼ ਦੇ ਨਾਲ, ਜਾਂ ਬਾਬਾ ਗੁਰਦਿੱਤ ਸਿੰਘ ਹੋਣਾ ਦੇ ਨਾਲ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ। ਤੇ ਜਿਹੜੇ 5 ਨੰਬਰ ਤੇ ਨੇ, ਇਹ ਬਾਬਾ ਕਰਮ ਸਿੰਘ ਚੀਮਾ ਨੇ, ਇਹ ਜਲੰਧਰ ਦੇ ਨੇ, ਬਾਕੀ ਸਾਰੇ ਅੰਮ੍ਰਿਤਸਰ ਦੇ ਨੇ। ਤੇ ਜਿੰਨੇ ਵੀ ਸਾਡੇ ਚੰਡੀਗੜ੍ਹ 'ਚ 2 ਭਵਨ ਨੇ ਜਿਹੜੇ CPIM ਨਾਲ ਜੁੜੇ ਹੋਏ ਆ, ਉਹਨਾਂ ਦੇ ਨਾਂ ਹੀ ਬਾਬਾ ਕਰਮ ਸਿੰਘ ਚੀਮਾ ਭਵਨ ਹੈ। ਇਹਨਾਂ ਦਾ ਇਤਿਹਾਸ ਹੈ। ਔਰ ਇਹ ਫੋਟੋਗ੍ਰਾਫ ਸਾਡੇ ਅੰਮ੍ਰਿਤਸਰ ਦੇ ਬੜੇ ਵੱਡੇ ਫੋਟੋਗ੍ਰਾਫਰ ਨੇ, ਦਾਨਿਸ਼ ਫੋਟੋਗ੍ਰਾਫਰ, ਉਹਨਾਂ ਦੇ ਪਾਪਾ ਨੇ ਖਿੱਚੀ ਸੀਗੀ। ਔਰ ਇਹਨਾਂ ਦੇ ਨੈਗੇਟਿਵ ਸਾਡੇ ਕੋਲ ਪਏ ਨੇ, ਦੋਨਾਂ ਤਸਵੀਰਾਂ ਦੇ ਨੈਗੇਟਿਵ ਸਾਡੇ, ਇਹਨਾਂ ਦੇ ਦਾਨਿਸ਼ ਉਹਨਾਂ ਦਾ ਜਿਹੜਾ ਪੋਤਰਾ ਹੈਗਾ ਉਹਨਾਂ ਦੇ ਕੋਲ ਪਏ ਨੇ, ਸਾਡੇ ਕੋਲ ਪਏ ਹੈ। ਤੇ ਉਹਨਾਂ ਦਾ ਪੋਤਰਾ ਤੇ ਸੰਦੀਪ ਆਰਟਿਸਟ ਅਸੀਂ ਮਿਲ ਕੇ ਬਹੁਤ ਵੱਡਾ ਕੰਮ ਕਰ ਰਹੇ ਹਾਂ ਇਸ ਵਿਰਾਸਤ ਨੂੰ ਸੰਭਾਲਣ ਦਾ। ਤੇ ਇਹ ਦੋਨੋਂ ਤਸਵੀਰਾਂ ਅਸੀਂ ਆਤਮ ਪਬਲਿਕ ਸਕੂਲ ਦੇ ਵਿੱਚੋਂ ਅੱਜ ਤੋਂ 8 ਸਾਲ ਪਹਿਲਾਂ ਰਿਲੀਜ਼ ਕੀਤੀਆਂ ਸੀਗੀਆਂ, ਔਰ ਪੂਰੇ ਵਰਲਡ ਵਿੱਚ ਗਈਆਂ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਤਸਵੀਰਾਂ ਅਸੀਂ ਇੱਥੋਂ ਰਿਲੀਜ਼ ਕੀਤੀਆਂ ਸੀ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਪੰਜਾਬੀ ਮਾਰਚ ਵਾਲੀ, ਕਿ 1993 ਦੇ ਵਿੱਚ ਜਦੋਂ ਅਸੀਂ ਬਾਰਡਰ ਦੇ ਉੱਤੇ ਕੈਂਡਲ ਵਿਜ਼ਲ ਸਮਾਗਮ ਸ਼ੁਰੂ ਕੀਤਾ, ਤੇ ਤਾਰਾ ਸਿੰਘ ਸੰਧੂ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਰਬਰਾਹ ਬਣੇ, ਤੇ ਉਹਨਾਂ ਦਾ ਇੱਕ ਸੁਪਨਾ ਸੀਗਾ ਕਿ ਪਾਸ਼ ਸਾਡਾ ਬੜਾ ਵੱਡਾ ਸ਼ਾਇਰ ਜਿਹੜਾ ਉਸ ਕਾਲੇ ਦੌਰ ਦੀ ਭੇਟਾ ਚੜ੍ਹ ਗਿਆ, ਤੇ ਜਨਰਲ ਸੈਕਟਰੀ ਹੁੰਦੇ ਸੀਗੇ ਰਵਿੰਦਰ ਰਵੀ, ਉਹਨਾਂ ਨੂੰ ਵੀ ਐਕਸਟ੍ਰੀਮਿਸਟ ਨੇ ਮਾਰ ਦਿੱਤਾ ਸੀ। ਤੇ ਤਾਰਾ ਸਿੰਘ ਸੰਧੂ ਦਾ ਸੁਪਨਾ ਸੀਗਾ ਕਿ ਯਾਰ ਇਹਨਾਂ ਦੋਨਾਂ ਦੇ ਨਾਂ ਤੇ ਇੱਕ ਮਾਰਚ ਕੱਢੀਏ, ਜਿਹੜਾ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋਵੇ ਤੇ ਫਿਰ ਜਲਿਆਂਵਾਲੇ ਬਾਗ 'ਚ ਆ ਕੇ ਸਮਾਪਤ ਹੋਵੇ। ਤਲਵਿੰਦਰ ਸਾਡਾ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਅਹੁਦੇਦਾਰ ਰਿਹਾ ਸ਼ੁਰੂ ਤੋਂ। ਤਲਵਿੰਦਰ ਪੰਜਾਬ ਦਾ ਸਿਰਮੌਰ ਕਹਾਣੀਕਾਰ ਸੀਗਾ, ਬੜਾ ਵੱਡਾ ਸਾਡਾ ਜਥੇਬੰਦਕ ਆਗੂ ਸੀਗਾ। ਔਰ ਮੈਨੂੰ ਮਾਣ ਹੈ ਕਿ ਜਿਹੜੀ ਅਸੀਂ ਜਨਵਾਦੀ ਲੇਖਕ ਸੰਘ ਦੇ ਵਿੱਚ ਕੰਮ ਕਰਦੇ ਹਾਂ, ਜਿਹਦਾ ਅੱਜ ਮੈਂ ਪ੍ਰੈਜ਼ੀਡੈਂਟ ਹਾਂ, ਉਦੋਂ ਤਲਵਿੰਦਰ ਉਹਦਾ ਪ੍ਰੈਜ਼ੀਡੈਂਟ ਸੀ ਤੇ ਮੈਂ ਜਨਰਲ ਸਕੱਤਰ ਸੀਗਾ। ਅਸੀਂ ਉਹ ਮਾਰਚ ਜਲਿਆਂਵਾਲੇ ਬਾਗ ਤੋਂ ਸ਼ੁਰੂ ਕੀਤਾ ਤੇ ਪੂਰੇ ਪੰਜਾਬ ਤੱਕ ਚੇਤਨਾ ਮਾਰਚ ਕੱਢ ਕੇ ਲੈ ਕੇ ਗਏ, ਜਿਸ 'ਚ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਗੱਲ ਸੀਗੀ, ਔਰ ਖਾਸ ਕਰਕੇ ਪੰਜਾਬੀ ਦਿਵਸ ਨੂੰ ਮਨਾਉਣ ਦੀ ਗੱਲ ਸੀ ਕਿ ਉਹਨੂੰ ਮਨਾਇਆ ਜਾਵੇ, ਪੂਰਾ ਸਪਤਾਹ ਮਨਾਇਆ ਜਾਵੇ। ਤੇ ਜਦੋਂ ਅਸੀਂ ਉਹਦੀ ਸਮਾਪਤੀ ਜਲਿਆਂਵਾਲੇ ਬਾਗ ਕਰਨੀ ਸੀਗੀ, ਤੇ ਕਿਉਂਕਿ ਮੈਂ ਅਟਾਰੀ ਪੜ੍ਹਾਉਂਦਾ ਸੀਗਾ, ਤੇ ਮੈਂ ਫਿਰ ਤਲਵਿੰਦਰ ਨੂੰ ਕਿਹਾ ਕਿ ਯਾਰ ਆਪਾਂ ਜੇ ਇਹਦੀ ਸਮਾਪਤੀ ਅਟਾਰੀ ਕਰੀਏ, ਤੇ ਫਿਰ ਜਲਿਆਂਵਾਲੇ ਬਾਗ ਦੀ ਜਗ੍ਹਾ ਸਾਡਾ ਪ੍ਰੋਗਰਾਮ ਬਣਿਆ ਕਿ ਅਟਾਰੀ ਉਹਦੀ ਸਮਾਪਤੀ ਕੀਤੀ ਜਾਵੇ। ਉੱਥੇ ਕੈਂਡਲਸ ਜਿਹੜੀਆਂ ਜਗਾਈਆਂ ਗਈਆਂ, ਨਜ਼ਮਾਂ ਪੜ੍ਹੀਆਂ ਗਈਆਂ ਤਾਰਾਂ ਦੇ ਕੰਢੇ ਬੈਠ ਕੇ, ਤੇ ਇੱਕ ਵਿੱਚੋਂ ਪ੍ਰੋਗਰਾਮ ਸ਼ੁਰੂ ਹੋ ਗਿਆ, ਕੈਂਡਲ ਵਿਜ਼ਲ ਪ੍ਰੋਗਰਾਮ ਸ਼ੁਰੂ ਹੋ ਗਿਆ। ਪਰ ਤਲਵਿੰਦਰ ਨੇ ਲਗਾਤਾਰ ਇਸ ਗੱਲ ਤੇ ਪਹਿਰਾ ਦਿੱਤਾ। ਤਲਵਿੰਦਰ ਬਹੁਤ ਵੱਡਾ ਜਥੇਬੰਦਕ ਆਗੂ ਸੀਗਾ, ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਕਾਰਵਾਂ ਲੈ ਕੇ ਜਾਂਦੇ ਰਹੇ। 7 ਦਿਨ ਦਾ ਸਮਾਗਮ ਜਗ੍ਹਾ ਜਗ੍ਹਾ ਰਚਾਉਂਦੇ ਰਹੇ। ਅੱਜ ਸਾਨੂੰ ਮਾਣ ਹੈ ਕਿ ਸਾਡੀ ਉਸ ਸ਼ੁਰੂਆਤ ਕਾਰਨ ਪੂਰੇ ਪੰਜਾਬ ਦੇ ਵਿੱਚ ਹਰ ਸੰਸਥਾ ਪੰਜਾਬੀ ਸਪਤਾਹ ਮਨਾਉਂਦੀ ਹੈ। ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਕੰਮ ਕਰਦੇ ਹਾਂ। ਕਾਲਜ, ਯੂਨੀਵਰਸਿਟੀਆਂ, ਸਾਰੀ ਕੋਈ ਐਸਾ ਅਦਾਰਾ ਨਹੀਂ ਹੈ। ਔਰ ਰਾਦਰ ਵਿਸ਼ਵ ਦੇ ਵਿੱਚ ਪੰਜਾਬੀ ਸਪਤਾਹ ਮਨਾਉਣ ਦੀ ਜਿਹੜੀ ਪਰੰਪਰਾ ਹੈ ਉਹ ਸ਼ੁਰੂ ਹੋਈ ਹੈ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਮੁੱਢਲੇ ਬੰਦਿਆਂ ਦੇ ਵਿੱਚੋਂ। ਸੋ ਬਹੁਤ ਮੈਨੂੰ ਚੰਗਾ ਲੱਗਾ ਅੱਜ ਤੁਹਾਨੂੰ ਮਿਲ ਕੇ, ਔਰ ਮੈਨੂੰ ਲੱਗਦਾ ਪਿਆ, ਮੈਨੂੰ ਲੱਗ ਰਿਹਾ ਖੁਦ ਨੂੰ ਕਿ ਮੈਂ ਇੱਕ ਉਸ ਇਤਿਹਾਸਿਕ ਬੰਦੇ ਨੂੰ ਅੱਜ ਮਿਲੀ ਹਾਂ ਜਿਹਨੇ ਸਾਡੀ ਵਿਰਾਸਤ ਨੂੰ ਤਾਂ ਸਾਂਭਿਆ ਹੀ ਸਾਂਭਿਆ, ਪਰ ਨਾਲ ਦੇ ਨਾਲ ਸਾਡੀ ਉਸ ਮਾਂ ਬੋਲੀ ਪੰਜਾਬੀ ਨੂੰ ਵੀ ਸਾਂਭਿਆ, ਜਿਹੜੀ
ਸਾਡੇ ਸਮਾਜ ਤੋਂ ਦੂਰ ਹੁੰਦੀ ਜਾ ਰਹੀ ਹੈ, ਸਾਡੇ ਨੌਜਵਾਨਾਂ ਤੋਂ ਤੇ ਸਾਡੇ ਬੱਚਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਸੋ ਬਹੁਤ ਧੰਨਵਾਦ ਕਰਦੀ ਹਾਂ ਮੈਂ ਆਪਣੀ ਟੀਮ ਦੇ ਵੱਲੋਂ ਵੀ ਤੁਹਾਡਾ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ, ਸਾਨੂੰ ਇਹਨਾਂ ਮਾਣ ਬਖਸ਼ਿਆ ਔਰ ਇੰਨਾ ਸਾਰਾ ਪਿਆਰ ਦਿੱਤਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ, ਬੇਹੱਦ ਸ਼ੁਕਰੀਆ ਜੀ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।